हाँ जी प्यारे साथियों, सत श्री अकाल सारिਆਂ ਨੂੰ। उम्मीद आ तुसीं सारे ठीक ठाक होवोगे। ਤਾਂ ਤੁਹਾਡੀ ਜਿਹੜੀ ਸਟੱਡੀ ਹੈ ਉਹ ਵੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੋਊਗੀ। ਜੋ ਵੀ ਤਰੀਕੇ ਜੋ ਵੀ ਚੀਜ਼ਾਂ ਮੈਂ ਫੋਲੋ ਕਰਨ ਲਈ ਕਹੀਆਂ ਉਹ ਤੁਸੀਂ ਕਰ ਰਹੇ ਹੋਵੋਗੇ। ਤਾਂ ਆਪਾਂ ਲੈ ਕੇ ਆ ਚੁੱਕੇ ਹਾਂ ਅੱਜ ਉਹ ਵਾਲਾ ਕੰਟੈਂਟ, ਜਿਹੜਾ ਕੰਟੈਂਟ ਤੁਹਾਨੂੰ ਕਿਸੇ ਵੀ YouTube ਚੈਨਲ ਤੇ ਦੇਖਣ ਨੂੰ ਨਹੀਂ ਮਿਲੂਗਾ ਇਦਾਂ ਦਾ ਲੈਵਲ। ਪਰ ਇਹ ਲੈਵਲ ਤੁਹਾਡੇ SST ਪੋਰਸ਼ਨ ਦੇ ਵਿੱਚ ਸਿਰਫ ਤੇ ਸਿਰਫ ਪੇਪਰ ਦੇ ਵਿੱਚ ਦੇਖਣ ਨੂੰ ਮਿਲੂਗਾ। ਠੀਕ ਹੈ, ਤੇ ਹੋ ਸਕਦਾ ਇੱਥੋਂ ਹੀ ਕੁਐਸਚਨ ਜਿਹੜੇ ਨੇ ਬਣ ਜਾਣ। ਤੇ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੇ ਮੇਰੀ 100 SST ਪੈਡਾਗੋਜੀ ਦੀ ਸੀਰੀਜ਼ ਆ, ਠੀਕ ਆ, ਇੱਕ ਵਾਰੀ ਮੈਂ ਤੁਹਾਨੂੰ ਦੱਸਦਾ, ਇਹਨੂੰ ਤੁਸੀਂ ਡੈਮੋ ਦੇ ਤੌਰ ਤੇ ਲੈਣਾ ਵਾ। ਇਹ ਜਿਹੜੀ ਆਪਣੀ SST ਪੈਡਾਗੋਜੀ ਦੀ ਕਲਾਸ ਹੈਗੀ ਹੈ MCQ ਵਾਲੀ ਰਾਜੇ, ਇਹ ਹੈਗੀ ਆ ਜੀ ਡੈਮੋ ਕਲਾਸ। ਹੁਣ ਅੱਗੇ ਦਾ ਪ੍ਰੋਸੈਸ ਧਿਆਨ ਦੇ ਨਾਲ ਸੁਣ ਲਓ। ਮੈਂ ਤੁਹਾਨੂੰ ਟੌਪ 100 ਕੁਐਸਚਨ ਜਿਹੜੇ ਆ ਉਹ SST ਪੈਡਾਗੋਜੀ ਦੇ ਕਰਵਾਉਣ ਜਾ ਰਹੀ ਹਾਂ। ਤੇ ਇਹ ਵਾਲੇ ਜਿਹੜੇ SST ਪੈਡਾਗੋਜੀ ਦੇ 100 ਕੁਐਸਚਨ ਆ ਇਹ ਪੇਡ ਹੋਣਗੇ। ਤਾਂ ਇਹ ਡੈਮੋ ਕਲਾਸ ਹੈ, ਠੀਕ ਆ। ਇਹਦੀ ਜਿਹੜੀ PDF ਆ ਸਟੂਡੈਂਟਸ ਨੂੰ ਐਪ ਤੇ ਮਿਲੂਗੀ। ਹੁਣ ਜਿਹੜੇ ਬੱਚਿਆਂ ਨੇ ਆਲਰੇਡੀ ਮੇਰੇ ਨੋਟਸ ਖਰੀਦੇ ਹੋਏ ਆ 1000 ਰੁਪਏ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੂੰ ਜੀਓਗ੍ਰਾਫੀ, ਹਿਸਟਰੀ, ਪੋਲਿਟੀ ਤੇ CDP ਤੇ ਪੰਜਾਬੀ ਤਾਂ ਆਲਰੇਡੀ ਫ੍ਰੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ। ਤਾਂ ਇਹ ਵਾਲੇ ਨੋਟਸ ਜਿਹੜੇ ਬੱਚਿਆਂ ਨੇ 1000 ਰੁਪਏ ਵਾਲੇ ਕੋਰਸ ਦੇ ਵਿੱਚ ਆਲਰੇਡੀ ਲਏ ਹੋਏ ਆ, ਉਹ ਵਾਲੇ 1000 ਰੁਪਏ ਦੇ ਕੋਰਸ ਦੇ ਵਿੱਚ ਇਹ SST ਪੈਡਾਗੋਜੀ ਦੇ ਟੌਪ 100 ਕੁਐਸਚਨ ਐਡ ਕੀਤੇ ਜਾਣੇ ਨੇ। ਪਲੱਸ ਤੇ ਇਹ SST ਪੈਡਾਗੋਜੀ ਦੇ PDF ਸਿਰਫ ਐਡ ਹੀ ਨਹੀਂ ਕੀਤੀ ਜਾਣੀ, ਪਲੱਸ ਉਹਨਾਂ ਨੂੰ ਇਹਨਾਂ ਦੀ ਕੰਪਲੀਟ ਡਿਸਕਸ਼ਨ ਮਿਲਣੀ ਆ। ਹਰ ਇੱਕ ਕੁਐਸਚਨ ਨੂੰ ਡੀਪਲੀ ਸਮਝਾਇਆ ਜਾਣਾ ਆ। ਤਾਂ ਇਹਦੇ 10 ਲੈਕਚਰ ਬਣਨਗੇ, ਤਾਂ ਨਾਲ 10 ਲੈਕਚਰ ਨਾਲ ਪੂਰੇ 100 ਕੁਐਸਚਨਾਂ ਦੀ PDF ਉਹਨਾਂ ਬੱਚਿਆਂ ਨੂੰ ਉਸੇ ਹੀ ਕੋਰਸ ਦੇ ਵਿੱਚ ਮਿਲ ਜਾਣੀ ਹੈ ਜਿਨ੍ਹਾਂ ਬੱਚਿਆਂ ਨੇ ਆਲਰੇਡੀ ਮੇਰੇ ਨੋਟਸ ਵਾਲਾ ਕੋਰਸ ਲਿਆ ਹੋਇਆ। ਠੀਕ ਹੈ, ਇਸੇ ਕਰਕੇ ਉਹ ਵਾਲੇ ਕੋਰਸ ਦੀ ਜਿਹੜੀ ਫੀਸ ਹੈ ਉਹ ਵਧਾ ਦਿੱਤੀ ਗਈ ਆ ਇਹ SST ਪੈਡਾਗੋਜੀ ਨੂੰ ਐਡ ਕਰਨ ਦਾ ਕਰਕੇ। ਠੀਕ ਹੈ, ਫੀਸ ਕਿੰਨੀ ਵਧਾਈ ਗਈ ਆ? ਪਹਿਲਾਂ 1000 ਸੀ, ਹੁਣ 1500 ਕਰ ਦਿੱਤੀ ਗਈ ਆ। ਠੀਕ ਆ, ਹੁਣ ਜਿਹੜੇ ਬੱਚੇ ਆਲਰੇਡੀ ਇਸ ਕੋਰਸ ਦਾ ਹਿੱਸਾ ਨੇ ਉਹਨਾਂ ਲਈ ਗਿਫਟ ਹੋ ਗਿਆ ਇਹ ਚੀਜ਼ ਕਿ ਉਹਨਾਂ ਨੂੰ ਉਸੇ ਕੋਰਸ ਦੇ ਵਿੱਚ ਇਹ ਵਾਲੀਆਂ ਟੌਪ 100 ਕੁਐਸਚਨ ਦੀ ਡਿਸਕਸ਼ਨ ਮਿਲ ਜਾਣੀ ਆ। ਠੀਕ ਹੈ, ਇਹ ਉਹਨਾਂ ਲਈ ਗਿਫਟ ਆ। ਪਰ ਜਿਹੜੇ ਬੱਚੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਮੇਰੇ ਇਸ ਕੋਰਸ ਦਾ ਹਿੱਸਾ ਬਣਨਾ ਚਾਹੁੰਦੇ ਆ, ਤਾਂ ਉਹ ਚਾਹੁੰਦੇ ਆ ਕਿ ਸਾਨੂੰ ਉਹ ਵਾਲੇ ਨੋਟਸ ਤਾਂ ਮਿਲਣ, ਨਾਲ ਸਾਨੂੰ ਇਹ ਵਾਲੀ ਜਿਹੜੀ SST ਪੈਡਾਗੋਜੀ ਦੇ ਟੌਪ 100 ਕੁਐਸਚਨਾਂ ਤੇ ਪਲੱਸ ਇਹਨਾਂ ਦੀ ਡਿਸਕਸ਼ਨ ਵੀ ਸਾਨੂੰ ਮਿਲੇ। ਤਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ 1500 ਰੁਪਈਆ ਨਾ ਲਾਉਣਾ ਪਵੇ, ਤਾਂ ਦੀਵਾਲੀ ਤੋਂ ਪਹਿਲਾਂ ਪਹਿਲਾਂ, ਅੱਜ 25 ਹੋ ਗਈ ਆ, 5 ਦਿਨ ਹੋ ਰਿਹਾ, ਤਾਂ ਤੁਸੀਂ 1 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਤੁਸੀਂ ਇਸ ਕੋਰਸ ਨੂੰ ਪਰਚੇਸ ਕਰ ਸਕਦੇ ਹੋ। ਠੀਕ ਆ, ਤਾਂ ਇਸ ਕਰਕੇ ਤੁਸੀਂ ਜਿਹੜਾ ਵਾ ਜੇਕਰ ਤੁਸੀਂ ਵਿਲਿੰਗ ਹੈਗੇ ਹੋ ਤਾਂ ਰਾਜੇ ਇੱਕ ਚੀਜ਼ ਆ, ਮੇਰੇ ਇਹਨਾਂ ਕੁਐਸਚਨਾਂ ਦੇ ਵਿੱਚੋਂ ਤੁਹਾਨੂੰ ਕੁਐਸਚਨ ਜਿਹੜੇ ਆ ਉਹ ਜ਼ਰੂਰ ਦੇਖਣ ਨੂੰ ਮਿਲਣਗੇ SST ਪੈਡਾਗੋਜੀ ਦੇ ਵਿੱਚ। ਠੀਕ ਹੈ ਜੀ, ਜੇਕਰ ਤੁਸੀਂ ਵਿਲਿੰਗ ਹੈਗੇ ਹੋ 78 143 99 144 ਨੰਬਰ ਤੇ ਤੁਸੀਂ ਮੈਸੇਜ ਮੈਨੂੰ ਕਰ ਲੈਣਾ ਵਾ ਤੇ ਇੱਥੇ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਮਿਲ ਜੇਗੀ। ਠੀਕ ਆ, ਤੇ ਜੇਕਰ ਦੀਵਾਲੀ ਤੋਂ ਬਾਅਦ ਇਹ ਵਾਲਾ ਕੋਰਸ ਪਰਚੇਸ ਕਰਦੇ ਹੋ ਤਾਂ ਫਿਰ ਰਾਜੇ ਇਹਦੀ ਫੀਸ ਹੁਣ 1500 ਹੋ ਚੁੱਕੀ ਆ, ਪਹਿਲਾਂ 1000 ਸੀ। ਠੀਕ ਹੈ, ਕਿਉਂਕਿ ਕੰਟੈਂਟ ਇਹਦੇ ਵਿੱਚ ਐਡ ਹੋ ਰਿਹਾ ਤਾਂ ਕਰਕੇ ਫੀਸ ਵਧਾਈ ਗਈ ਆ। ਠੀਕ ਹੈ, 1500। ਠੀਕ ਹੈ, ਜੇਕਰ ਤੁਸੀਂ ਵਿਲਿੰਗ ਹੋ ਤਾਂ ਤੁਸੀਂ ਜ਼ਰੂਰ ਜਿਹੜਾ ਵਾ ਲੈ ਸਕਦੇ ਹੋ। ਠੀਕ ਆ, ਤੇ ਹੁਣ ਆਪਾਂ ਚੱਲਦੇ ਹਾਂ ਜੀ ਆਹ ਵਾਲੀ ਡੈਮੋ ਕਲਾਸ ਦੀ ਸ਼ੁਰੂਆਤ ਤੇ। ਠੀਕ ਹੈ ਜੀ, ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਫਸਟ ਕੁਐਸਚਨ ਦੇ ਨਾਲ। ਤਾਂ ਇਹਨੂੰ ਤੁਸੀਂ ਡੈਮੋ ਦੇ ਤੌਰ ਤੇ ਲੈਣਾ। ਫਸਟ ਕੁਐਸਚਨ ਹੈਗਾ ਆ ਜੀ, ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜੇ ਸਿੱਖਣ ਵਾਲਿਆਂ ਨੂੰ ਸਮਾਜਿਕ, ਇੱਕ ਮਿੰਟ ਬਈ ਆਪਾਂ ਨਾ ਰੈੱਡ ਲੈ ਲਈਏ। ਠੀਕ ਹੈ, ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜੇ ਸਿੱਖਣ ਵਾਲਿਆਂ ਨੂੰ ਸਮਾਜਿਕ ਮੁੱਦੇ ਦੇ ਕਾਰਨਾਂ ਅਤੇ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਮਤਲਬ ਉਹਨਾਂ ਨੇ ਕਿਹਾ ਵਾ ਹੇਠਾਂ ਦਿੱਤਿਆਂ ਵਿੱਚੋਂ ਸਿੱਖਣ ਵਾਲਿਆਂ ਨੂੰ, ਮਤਲਬ ਅਧਿਆਪਕਾਂ ਨੂੰ ਇੱਦਾਂ ਦੇ ਕਿਹੜੇ ਸਮਾਜਿਕ ਮੁੱਦੇ ਆ ਜਿਨ੍ਹਾਂ ਦੇ ਕਾਰਨਾਂ ਤੇ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਆ। ਕੁਐਸਚਨ ਪੇਪਰ ਦੇ ਵਿੱਚ ਇੱਦਾਂ ਦੇ ਹੀ ਹੁੰਦੇ ਆ ਕਿ ਸਮਝ ਨਹੀਂ ਆਉਂਦੀ ਉਹਨਾਂ ਨੂੰ, ਅਸੀਂ ਬਾਰ-ਬਾਰ ਪੜ੍ਹਦੇ ਹਾਂ। ਠੀਕ ਆ, ਹੁਣ ਪਹਿਲੀ ਆਪਸ਼ਨ ਹੈਗੀ ਆ, ਸ਼ਹਿਰੀ ਖੇਤਰਾਂ ਵਿੱਚ ਹਵਾ ਪ੍ਰਦੂਸ਼ਣ ਵਿੱਚ ਯੋਗਦਾਨ ਪਾਉਣ ਵਾਲੇ ਮੁੱਖ ਕਾਰਕ ਕੀ ਹਨ। ਠੀਕ ਆ, ਫਿਰ ਕਹਿੰਦੇ ਆ ਕਿ ਪਾਣੀ ਦੇ ਚੱਕਰ ਵਿੱਚ ਸ਼ਾਮਿਲ ਕਦਮਾਂ ਦੀ ਵਿਆਖਿਆ ਕਰੋ। ਪਾਣੀ ਦਾ ਚੱਕਰ ਮਤਲਬ ਜਲ ਚੱਕਰ। ਗਰੀਬੀ ਦੀ ਧਾਰਨਾ ਨੂੰ ਪਰਿਭਾਸ਼ਿਤ ਕਰੋ।
ਹੁਣ ਮੈਂ ਤੁਹਾਨੂੰ ਇਹਦੀ ਰਾਈਟ ਆਪਸ਼ਨ ਤੇ ਲੈ ਜਾਂਦੀ ਆ। ਜੇ ਇਹਦੀ ਆਪਾਂ ਰਾਈਟ ਆਪਸ਼ਨ ਦੀ ਗੱਲ ਕਰੀਏ ਤਾਂ ਰਾਜੇ ਇਹਦੀ ਰਾਈਟ ਆਪਸ਼ਨ ਆਉਣੀ ਆ, ਕਹਿੰਦੇ ਸਹੀ ਵਿਕਲਪ 1। ਠੀਕ ਆ, ਮਤਲਬ ਇਹ ਕਿ ਕਹਿੰਦੇ ਸਹੀ ਵਿਕਲਪ ਜਿਹੜਾ ਵਾ ਉਹ ਪਹਿਲਾ ਵਾ, ਕਿਹੜਾ? ਸਿਰਫ ਏ। ਕੀ ਕਿਹਾ ਇਹਨਾਂ ਨੇ? ਸਿਰਫ ਏ। ਹੁਣ ਏ ਆਪਸ਼ਨ ਕਿਹੜੀ ਆ? ਏ ਆਪਸ਼ਨ ਹੈਗੀ ਆ ਸ਼ਹਿਰੀ ਖੇਤਰਾਂ ਵਿੱਚ ਹਵਾ ਪ੍ਰਦੂਸ਼ਣ ਵਿੱਚ ਯੋਗਦਾਨ ਪਾਉਣ ਵਾਲੇ ਮੁੱਖ ਕਾਰਕ ਕੀ ਹਨ। ਮਤਲਬ ਕਿ ਸਮਾਜਿਕ ਮੁੱਦਿਆਂ ਦੇ ਕਾਰਨ ਸਮਝਣੇ ਆ ਤੇ ਨਾਲ ਉਹਨਾਂ ਦੇ ਨਤੀਜੇ ਸਮਝਣੇ, ਨਤੀਜੇ ਰਿਜ਼ਲਟ ਕੀ ਹੋਣਗੇ। ਹੁਣ ਜਦੋਂ ਸ਼ਹਿਰੀ ਖੇਤਰ ਵਿੱਚ ਆਪਾਂ ਬੱਚਿਆਂ ਨੂੰ ਕਵਾਂਗੇ ਵੀ ਪਹਿਲਾਂ ਤਾਂ ਹਵਾ ਪ੍ਰਦੂਸ਼ਣ ਦੇ ਕਾਰਨ ਲੱਭ ਕੇ ਲਿਆਓ ਵੀ ਹਵਾ ਪ੍ਰਦੂਸ਼ਣ ਫੈਲਦਾ ਕਿੱਦਾਂ, ਬੱਚਾ ਕਾਰਨ ਲੱਭੂ। ਫਿਰ ਬੱਚਾ ਲੱਭੂਗਾ ਕਿ ਉਹਦਾ ਰਿਜ਼ਲਟ ਕੀ ਆ। ਜੇ ਹਵਾ ਪ੍ਰਦੂਸ਼ਣ ਫੈਲ ਰਿਹਾ ਤਾਂ ਉਹਦੇ ਕੀ ਘਾਤਕ ਖਤਰਨਾਕ ਰਿਜ਼ਲਟ ਸਾਨੂੰ ਦੇਖਣ ਨੂੰ ਮਿਲ ਸਕਦੇ ਆ। ਤੇ ਇਹ ਸਮਾਜਿਕ ਮੁੱਦਿਆਂ ਦਾ ਵਿਸ਼ਲੇਸ਼ਣ ਕਰਨਾ ਅਸੀਂ ਇਦਾਂ ਦੇ ਕੁਐਸਚਨ ਨਾਲ ਕਰ ਸਕਦੇ ਆ। ਤੇ ਆਹ ਵਾਲੇ ਜਿਹੜੇ 2 ਕੁਐਸਚਨ ਆ ਇਹ ਮਾਇਨੇ ਨਹੀਂ ਰੱਖਦੇ ਕਿ ਪਾਣੀ ਦੇ ਚੱਕਰ ਸ਼ਾਮਲ ਕਦਮਾਂ ਦੀ ਪਹਿਚਾਣ ਕਰੋ। ਫਿਰ ਬੱਚਾ ਵਿਸ਼ਲੇਸ਼ਣ ਕਿੱਦਾਂ ਕਰੂ? ਉਹ ਤਾਂ ਪਹਿਚਾਣ ਕਰ ਰਿਹਾ, ਵਿਆਖਿਆ ਕਰ ਰਿਹਾ। ਗਰੀਬੀ ਦੀ ਧਾਰਨਾ ਨੂੰ ਪਰਿਭਾਸ਼ਿਤ ਕਰੋ, ਇੱਥੇ ਦਾ ਬੱਚਾ ਡੈਫੀਨੇਸ਼ਨ ਡਿਕਲੇਅਰ ਕਰੂ ਤੇ ਵਿਸ਼ਲੇਸ਼ਣ ਦਾ ਤੇ ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ। ਤੇ ਆਪਾਂ ਇਸ ਆਪਸ਼ਨ ਨੂੰ ਜਿਹੜਾ ਵਾ ਹੋਰ ਐਕਸਪਲੇਨ ਕਰਦੇ ਆ। ਵੇਖੋ ਜੀ, ਕਹਿੰਦੇ ਸਿੱਖਿਆਰਥੀਆਂ ਦੇ ਵਿਸ਼ਲੇਸ਼ਣ ਦੇ ਹੁਨਰ ਦਾ ਮੁਲਾਂਕਣ ਕਰਨ ਦੇ ਲਈ ਉਹਨਾਂ ਪ੍ਰਸ਼ਨਾਂ ਦੀ ਲੋੜ ਹੁੰਦੀ ਹੈ ਜੋ ਉਹਨਾਂ ਨੂੰ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਤੇ ਨਾਲ ਕਨੈਕਸ਼ਨ ਬਣਾਉਣ ਅਤੇ ਸਿੱਟੇ ਕੱਢਣ ਦੀ ਲੋੜ ਹੁੰਦੀ ਆ। ਮਤਲਬ ਕਿ ਜਦੋਂ ਅਸੀਂ SST ਵਿਸ਼ੇ ਦੀ ਗੱਲ ਕਰਦੇ ਆ ਜਾਂ ਵਿਸ਼ਲੇਸ਼ਣ ਸ਼ਬਦ ਜਿੱਥੇ ਆ ਗਿਆ ਤਾਂ ਰਾਜੇ ਉੱਥੇ ਐਦਾਂ ਦੇ ਪ੍ਰਸ਼ਨ ਬੱਚਿਆਂ ਨੂੰ ਦੇਣੇ ਆ ਜਿੱਥੇ ਬੱਚੇ ਵਿਸ਼ਲੇਸ਼ਣ ਕਰ ਸਕਣ, ਵਿਸ਼ਲੇਸ਼ਣ ਕਰਕੇ ਉਹਦਾ ਕਨੈਕਸ਼ਨ ਬਣਾ ਸਕਣ ਕਿ ਇਹ ਚੀਜ਼ ਕਿੱਦਾਂ ਹੋਈ, ਕਿਉਂ ਹੋਈ, ਇਹਦੇ ਸਿੱਟੇ ਕੀ ਨਿਕਲਣਗੇ। ਠੀਕ ਆ, ਤਾਂ ਇਹਦੇ ਨਾਲ ਅਗਲੇ ਹੋਰ ਇਹਨੂੰ ਆਪਾਂ ਚੰਗੀ ਤਰ੍ਹਾਂ ਡਿਫਾਈਨ ਕਰਦੇ ਆ। ਕਹਿੰਦੇ ਸ਼ਹਿਰੀ ਖੇਤਰਾਂ ਵਿੱਚ ਹਵਾ ਪ੍ਰਦੂਸ਼ਣ ਵਿੱਚ ਯੋਗਦਾਨ ਪਾਉਣ ਵਾਲੇ ਮੁੱਖ ਕਾਰਕ ਕੀ ਹਨ। ਇਸ ਸਵਾਲ ਦੀ ਲੋੜ ਸਭ ਤੋਂ ਜ਼ਿਆਦਾ ਆ। ਇਹੀ ਸਵਾਲ ਜਿਹੜਾ ਵਾ ਬਿਲਕੁਲ ਰਿਲਾਏਬਲ ਹੈਗਾ। ਕਿਉਂ? ਕਿਉਂਕਿ ਸਿੱਖਿਆਰਥੀਆਂ ਨੂੰ ਸ਼ਹਿਰੀ ਖੇਤਰਾਂ ਵਿੱਚ ਹਵਾ ਪ੍ਰਦੂਸ਼ਣ ਦੇ ਕਾਰਨਾਂ ਦੀ ਪਹਿਚਾਣ ਸਮਝ ਦੁਆਰਾ ਵਿਸ਼ਲੇਸ਼ਣ ਕਰਨ ਲਈ ਸਮੱਸਿਆ ਵਿੱਚ ਯੋਗਦਾਨ ਪਾਉਣ ਵਾਲੇ ਮਹੱਤਵਪੂਰਨ ਕਾਰਕ ਕੀ ਬਣਦੇ ਆ? ਇਹ ਬਣਦੇ ਆ ਸਿਰਫ ਫਸਟ ਕੁਐਸਚਨ ਦੇ ਨਾਲ। ਇਸ ਵਿੱਚ ਕਈ ਕਾਰਕਾਂ ਉਹਨਾਂ ਦੇ ਆਪਸੀ ਸੰਬੰਧਾਂ, ਵਾਤਾਵਰਨ ਅਤੇ ਮਨੁੱਖੀ ਸਿਹਤ ਉੱਤੇ ਪ੍ਰਭਾਵ ਦੀ ਜਾਂਚ ਕਰਨਾ ਸ਼ਾਮਿਲ ਹੈ। ਹੁਣ ਕਿੰਨੇ ਪੱਖ ਆ ਗਏ ਵੀ ਕਿਉਂ ਏਦਾਂ ਹਵਾ ਹੁਣ ਪਰਾਲੀ ਸਾੜਨ ਦੀ ਗੱਲ ਲੈ ਲਓ। ਹੁਣ ਪਰਾਲੀਆਂ ਸਾੜਨ ਤੇ ਰੋਕ ਲੱਗੀ ਆ। ਹੁਣ ਜੇਕਰ ਆਪਾਂ ਗੱਲ ਕਰੀਏ, ਜੇਕਰ SST ਦੇ ਟੀਚਰ ਕੋਈ ਕਲਾਸ ਦੇ ਵਿੱਚ ਇਹ ਮੁੱਦਾ ਠਾਲੇ ਵੀ ਪਰਾਲੀ ਸਾੜਨ ਤੇ ਸਰਕਾਰ ਨੇ ਰੋਕ ਲਾਈ, ਕਿਉਂ ਲਾਈ, ਤੇ ਸਭ ਤੋਂ ਪਹਿਲਾਂ ਤਾਂ ਬੱਚਾ ਦੇਖੂਗਾ ਕਿ ਪਰਾਲੀ ਨੂੰ ਕਿਸਾਨ ਅੱਗ ਕਿਉਂ ਲਾਉਂਦੇ, ਤੇ ਜੇਕਰ ਲਗਾਈ ਜਾਂਦੀ ਆ ਤਾਂ ਉਹ ਕਿੰਨੇ ਕੁ ਮਾੜੇ ਅਸਰ ਪਾ ਰਹੀ ਆ। ਜੇ ਮਾੜੇ ਅਸਰ ਪਾ ਰਹੀ ਆ ਤਾਂ ਉਹਦੇ ਨਾਲ ਵਾਤਾਵਰਨ ਤੇ ਮਨੁੱਖੀ ਸਿਹਤ ਤੇ ਕੀ ਪ੍ਰਭਾਵ ਪੈ ਸਕਦਾ ਉਹਦੀ ਜਾਂਚ ਕਰੂਗੀ। ਤਾਂ ਇਹ ਕੁਐਸਚਨ ਸਾਡਾ ਕੀ ਬਣ ਗਿਆ? ਵਿਸ਼ਲੇਸ਼ਣ ਕਰਨ ਵਾਲਾ ਕੁਐਸਚਨ ਬਣ ਗਿਆ। ਤੇ ਮੈਨੂੰ ਇੱਕ ਚੀਜ਼ ਪੂਰੀ ਚੰਗੀ ਤਰ੍ਹਾਂ ਕਲੀਅਰ ਹੋ ਗਈ ਕਿ ਜੇਕਰ ਤੁਹਾਨੂੰ ਇਦਾਂ ਦਾ ਕੋਈ ਵੀ ਕੁਐਸਚਨ ਆ ਜੇ ਤਾਂ ਤੁਸੀਂ ਆਰਾਮ ਦੇ ਨਾਲ ਆਨਸਰ ਲੱਭ ਸਕਦੇ। ਕਿਹੜੇ ਸਟੂਡੈਂਟ? ਸਰਬ ਸੋਸ਼ਲ ਸਟੱਡੀ YouTube ਚੈਨਲ ਦੇ ਸਟੂਡੈਂਟ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਆਪਾਂ ਅਗਲੇ ਕੁਐਸਚਨ ਤੇ। ਅਗਲੇ ਕੁਐਸਚਨ ਤੇ ਆ ਜਾਓ ਬਈ। ਅਗਲਾ ਕੁਐਸਚਨ ਜੀ ਸਾਡਾ ਹੈਗਾ ਵਾ, ਦੂਜਾ ਕੁਐਸਚਨ ਹੈਗਾ, ਠੀਕ ਆ, ਸਮਾਜਿਕ ਵਿਗਿਆਨ ਦੀ ਕਲਾਸ ਵਿੱਚ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਦੇ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਤਰੀਕਾ ਨਹੀਂ ਹੈ। ਮਤਲਬ ਇਹ ਵੀ ਸਮਾਜਿਕ ਸਿੱਖਿਆ ਦੀ ਕਲਾਸ ਦੇ ਵਿੱਚ ਬੱਚਿਆਂ ਦੇ ਅੰਦਰ ਆਲੋਚਨਾ ਸ਼ਕਤੀ ਦਾ ਉਹਨਾਂ ਦੇ ਵਿੱਚ ਵਿਕਾਸ ਕਰਨਾ, ਉਤਸ਼ਾਹਿਤ ਕਰਨਾ, ਉਹਨਾਂ ਨੂੰ ਉਹਨਾਂ ਦੀ ਆਲੋਚਨਾਤਮਕ ਥਿੰਕਿੰਗ ਉਹਨਾਂ ਦੀ ਬਣ ਸਕੇ। ਇਹਦੇ ਵਿੱਚ ਇਹਨਾਂ ਨੇ ਹੇਠਾਂ ਸਾਨੂੰ ਤਰੀਕੇ ਦੱਸੇ ਆ, ਪਰ ਇੱਕ ਤਰੀਕਾ ਇਹਨਾਂ ਦੇ ਵਿੱਚੋਂ ਨਹੀਂ ਹੈਗਾ। ਤੇ ਇੱਕ ਚੀਜ਼ ਹੋਰ ਧਿਆਨ ਦੇ ਵਿੱਚ ਰੱਖਣੀ ਆ ਕਿ ਪੇਪਰ ਦੇ ਵਿੱਚ ਜਿਹੜਾ ਵਾ ਉਹ ਸਾਨੂੰ ਨਹੀਂ ਸ਼ਬਦ ਦਿਸਦਾ ਹੀ ਨਹੀਂ। ਪਤਾ ਨਹੀਂ ਕੀ ਹੋ ਜਾਂਦਾ, ਨਹੀਂ ਸ਼ਬਦ ਦਿਸਦਾ ਹੀ ਨਹੀਂ। ਅਸੀਂ ਪੋਜ਼ਿਟਿਵ ਸਮਝ ਕੇ ਆਨਸਰ ਲਾ ਆਉਂਦੇ ਆ। ਹੁਣ ਆਪਾਂ ਲੱਭਣਾ ਕਿਹੜਾ ਨਹੀਂ ਆ। ਧਿਆਨ ਦੇ ਨਾਲ ਸਮਝੋ। ਹੁਣ ਤੁਹਾਨੂੰ ਆਨਸਰ ਵੀ ਪਤਾ ਲੱਗ ਗਿਆ ਕਿ ਦੂਜੀ ਆਪਸ਼ਨ ਆ ਰਹੀ, ਪਰ ਆਪਾਂ ਇਹ ਹੈਗੇ ਤਾਂ MCQ ਆ, ਪਰ ਇਹਨਾਂ ਨੂੰ ਹੱਲ ਕਰਨ ਦਾ ਤਰੀਕਾ ਲੱਭਦਾ ਜਾ ਰਿਹਾ ਕਿਉਂਕਿ ਥਿਊਰੀ ਮੈਂ ਇੱਕ ਇੱਕ ਕੁਐਸਚਨ ਦੀ ਨਾਲ ਦਿੱਤੀ ਆ।
ਬੱਚਿਆਂ ਨੂੰ ਸਮਾਜਿਕ ਵਿਗਿਆਨ ਦੇ ਸਵਾਲਾਂ ਦੇ ਜਵਾਬ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਦੇਣ ਲਈ ਉਤਸ਼ਾਹਿਤ ਕਰੋ। ਇਹ ਆਪਸ਼ਨ ਤਾਂ ਬਣਦੀ ਨਹੀਂ। ਆਪਾਂ ਬੱਚੇ ਦੇ ਅੰਦਰ ਆਲੋਚਨਾਤਮਕ ਸ਼ਕਤੀ ਦਾ ਵਿਕਾਸ ਕਰਨਾ, ਤੇ ਉਹ ਬੱਚਾ ਕੋਈ ਵੀ ਸਮਾਜਿਕ ਵਿਗਿਆਨ ਦਾ ਕੋਈ ਟੌਪਿਕ ਲੈ ਕੇ ਉਹਦੇ ਤੇ ਆਪਣੇ ਸਵਾਲ ਜਵਾਬ ਦੇਣ ਦੇ ਵਿੱਚ ਉਹਨੂੰ ਆਪਾਂ ਉਤਸ਼ਾਹਿਤ ਕਰ ਰਹੇ, ਉਹਦੇ ਨਾਲ ਆਲੋਚਨਾ ਸ਼ਕਤੀ ਦਾ ਕੋਈ ਸੰਬੰਧ ਨਹੀਂ। ਦੂਜੀ ਆਪਸ਼ਨ ਹੈਗੀ ਆ, ਉਹਨਾਂ ਨੂੰ ਕਲਾਸ ਵਿੱਚ ਉੱਚੀ ਆਵਾਜ਼, ਉਹਨਾਂ ਨੂੰ ਇਹ ਕਹਿਣਾ ਸਟੂਡੈਂਟ ਨੂੰ ਵੀ ਤੁਸੀਂ ਕਲਾਸ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਪੜ੍ਹੋ। ਠੀਕ ਆ, ਆਨਸਰ ਆ ਆਪਣੀ ਰਾਈਟ ਆਪਸ਼ਨ ਇਹੀ ਆ। ਪਰ ਕਿਉਂ ਆ, ਇਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ। ਅਗਲੀਆਂ ਆਪਸ਼ਨ ਹੈਗੀਆਂ, ਬੱਚਿਆਂ ਨੂੰ ਸਵਾਲ ਪੁੱਛਣ ਦੀ ਇਜਾਜ਼ਤ ਦੇਣਾ, ਸਮਾਜਿਕ ਵਿਗਿਆਨ ਤੇ ਕਈ ਦ੍ਰਿਸ਼ਟੀਕੋਣਾਂ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰੋ। ਤਾਂ ਹੁਣ ਆਪਾਂ ਰਾਈਟ ਆਪਸ਼ਨ ਤੇ ਜਾਂਦੇ ਹਾਂ। ਦੂਜੀ ਆਪਸ਼ਨ ਇਹਨਾਂ ਨੇ ਕਿਉਂ ਸਹੀ ਕੀਤੀ ਆ, ਵੇਖੋ ਧਿਆਨ ਦੇ ਨਾਲ। ਕਹਿੰਦੇ ਆਲੋਚਨਾਤਮਕ ਸੋਚ ਨਵੀਂ ਜਾਂ ਅਣਜਾਣ ਸਥਿਤੀਆਂ, ਵਿਚਾਰਾਂ ਅਤੇ ਵਿਚਾਰਾਂ ਲਈ ਤਰਕ ਨੂੰ ਲਾਗੂ ਕਰਨ ਦੀ ਯੋਗਤਾ ਹੈ। ਆਲੋਚਨਾਤਮਕ ਸੋਚ ਕੀ ਆ, ਜਿੱਥੇ ਬੱਚੇ ਆਪਣੇ ਵਿਚਾਰ ਦੇ ਰਹੇ ਆ, ਆਪਣੇ ਵਿਚਾਰ ਕਿਸੇ ਤਰਕ ਦੇ ਨਾਲ ਦੇ ਰਹੇ ਆ, ਕਿਸੇ ਯੋਗਤਾ ਦੇ ਨਾਲ ਦੇ ਰਹੇ ਆ, ਜਿੱਥੇ ਉਹ ਤਰਕ ਪੈਦਾ ਹੋ ਰਿਹਾ। ਨਾਲ ਤੱਥ, ਘਟਨਾਵਾਂ ਆਦਿ ਦਾ ਨਿਰਣਾ ਜਾਂ ਵਿਸ਼ਲੇਸ਼ਣ ਕਰਨ ਦੀ ਪ੍ਰਕਿਰਿਆ ਨੂੰ ਵੀ ਦਰਸਾ ਰਿਹਾ। ਕਿਉਂਕਿ ਜਦੋਂ ਬੱਚਾ ਆਪਣਾ ਕੋਈ ਵਿਚਾਰ ਪੇਸ਼ ਕਰ ਰਿਹਾ, ਨਾਲ ਉਹ ਤਰਕ ਦੇ ਰਿਹਾ ਤੇ ਉਸ ਚੀਜ਼ ਨੂੰ ਐਕਸਪਲੇਨ ਕਰ ਰਿਹਾ, ਵਿਸ਼ਲੇਸ਼ਣ ਕਰ ਰਿਹਾ ਉਹ ਬੱਚਾ। ਤੇ ਇਸ ਲਈ ਸਹੀ ਵਿਸ਼ਲੇਸ਼ਣ, ਮੁਲਾਂਕਣ, ਅਨੁਮਾਨ ਅਤੇ ਵਿਆਖਿਆ ਦੀ ਲੋੜ ਹੁੰਦੀ ਹੈ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅੱਗੇ ਹੋਰ, ਇਸ ਕੁਐਸਚਨ ਨੂੰ ਆਪਾਂ ਡਿਫਾਈਨ ਕਰਦੇ ਹਾਂ ਚੰਗੇ ਤਰੀਕੇ ਦੇ ਨਾਲ। ਵੇਖੋ ਧਿਆਨ ਦੇ ਨਾਲ, ਸਮਾਜਿਕ ਵਿਗਿਆਨ ਵਿੱਚ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਦੇ ਜਿਹੜੇ ਤਰੀਕੇ ਆ ਉਹ ਸਾਰੇ ਨੋਟ ਕਰ ਲਓ। ਆਹ ਦੇਖੋ, ਬੱਚਿਆਂ ਨੂੰ ਅਜਿਹੇ ਸਵਾਲ ਪੁੱਛਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿ ਉਹਨਾਂ ਨੂੰ ਸਮਾਜਿਕ ਵਿਗਿਆਨ ਦੇ ਕਲਾਸਰੂਮਾਂ ਵਿੱਚ ਜੋ ਕੁਝ ਸਿੱਖ ਰਹੇ ਹਨ ਉਸ ਨੂੰ ਬਾਹਰ ਵਾਪਰ ਰਹੀਆਂ ਚੀਜ਼ਾਂ ਦੇ ਨਾਲ ਜੋੜ ਸਕਣ। ਮੰਨ ਲਓ ਹੁਣ ਫੋਰ ਐਗਜ਼ਾਮਪਲ ਕਿ SST ਦੀ ਕਲਾਸ ਦੇ ਵਿੱਚ ਵਿਸ਼ੇ ਬੱਚੇ ਨੂੰ ਇੱਦਾਂ ਸਮਝਾਉਣੇ ਆ, ਕਲਾਸ ਦੇ ਵਿੱਚ ਵਿਸ਼ਾ ਬੱਚੇ ਨੂੰ ਇੱਦਾਂ ਪੜ੍ਹਾਇਆ ਗਿਆ ਵਾ ਵੀ ਉਸ ਪੜ੍ਹਾਏ ਗਏ ਵਿਸ਼ੇ ਨੂੰ ਬੱਚਾ ਸਮਾਜ ਤੋਂ ਬਾਹਰ ਦੀਆਂ ਘਟਨਾਵਾਂ ਦੇ ਨਾਲ ਇੰਟਰ ਰਿਲੇਟ ਕਰਕੇ ਜਿਹੜਾ ਵਾ ਉਹਨੂੰ ਸਮਝ ਰਿਹਾ ਵਾ। ਠੀਕ ਆ, ਇਹਦੇ ਨਾਲ ਆਲੋਚਨਾਤਮਕ ਸੋਚ ਦਾ ਵਿਕਾਸ ਹੋ। ਫੋਰ ਐਗਜ਼ਾਮਪਲ ਮੈਂ 10ਵੀਂ ਕਲਾਸ ਦੇ ਵਿੱਚ ਗਈ, ਜਾਂ ਮੰਨ ਕੇ ਚਲੋ ਮੈਂ 8ਵੀਂ ਕਲਾਸ ਦੇ ਵਿੱਚ ਗਈ, ਤਾਂ ਉੱਥੇ ਕੋਈ ਹਵਾ ਪ੍ਰਦੂਸ਼ਣ ਦਾ ਜਿਹੜਾ ਵਾ ਟੌਪਿਕ ਮੈਂ ਕਰਵਾ ਰਹੀ ਹਾਂ ਕਰੰਟ, ਤੇ ਉੱਥੇ ਫਿਰ ਬੱਚਾ ਹਵਾ ਪ੍ਰਦੂਸ਼ਣ ਦੀ ਜਿਹੜੀ ਕੋਰਿਲੇਸ਼ਨ ਆ ਉਹ ਕਿਹਦੇ ਨਾਲ ਕਰੂਗਾ, ਹੁਣ ਐਟ ਪ੍ਰੈਜ਼ੈਂਟ ਪਰਾਲੀ ਸਾੜਨ ਦੇ ਨਾਲ ਕਰੂਗਾ। ਸੋ ਸਮਝ ਲੱਗ ਗਈ। ਦੂਜੇ ਪੁਆਇੰਟ ਤੇ ਆ ਜਾਓ, ਉਹਨਾਂ ਨੂੰ ਸਮਾਜਿਕ ਵਿਗਿਆਨ ਦੇ ਸਵਾਲਾਂ ਦੇ ਜਵਾਬ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਅਤੇ ਉਹਨਾਂ ਦੇ ਆਪਣੇ ਤਜਰਬਿਆਂ ਤੋਂ ਸਮਾਜਿਕ ਵਿਗਿਆਨ ਦੇ ਸੰਕਲਪਾਂ ਅਤੇ ਮੁੱਦਿਆਂ ਤੇ ਕਈ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਠੀਕ ਆ, ਮਤਲਬ ਕਿ ਇੱਦਾਂ ਦਾ ਮਾਹੌਲ ਕ੍ਰੀਏਟ ਕਰ ਦਿਓ ਬੱਚਾ ਆਪਣੇ ਐਕਸਪੀਰੀਅੰਸ ਦੇ ਨਾਲ ਖੁਦ ਸਿੱਖ ਸਕੇ, ਸਮਾਜਿਕ ਵਿਗਿਆਨ ਦੇ ਸੰਕਲਪਾਂ ਅਤੇ ਮੁੱਦਿਆਂ ਤੇ ਉਹ ਆਪਣਾ ਪ੍ਰਤੀਕਰਮ ਦੇ ਸਕੇ ਵੀ ਉਹ ਕਿਸੇ ਟੌਪਿਕ ਬਾਰੇ ਕੀ ਸੋਚਦਾ ਜਾਂ ਉਹਦੇ ਬਾਰੇ ਉਹਨੂੰ ਕਿੰਨਾ ਕੁ ਜ਼ਿਆਦਾ ਪਤਾ ਵਾ। ਇਹਨਾਂ ਚੀਜ਼ਾਂ ਦੇ ਨਾਲ ਹੀ ਬੱਚੇ ਦੀ ਆਲੋਚਨਾਤਮਕ ਸੋਚ ਦਾ ਵਿਕਾਸ ਹੋਊਗਾ। ਕਲੀਅਰ। ਉਹਨਾਂ ਨੂੰ ਪਾਠਕ੍ਰਮ ਨੂੰ ਲੈਣ ਦੇਣ ਦੌਰਾਨ ਪੁੱਛ-ਗਿੱਛ, ਖੋਜ, ਪ੍ਰਸ਼ਨ, ਬਹਿਸ, ਐਪਲੀਕੇਸ਼ਨ ਅਤੇ ਪ੍ਰਤੀਬਿੰਬ ਦੁਆਰਾ ਸਰਗਰਮ ਰੁਝੇਵੇਂ ਵਿੱਚ ਰੁੱਝਿਆ ਹੋਣਾ ਚਾਹੀਦਾ ਹੈ, ਜਿਸ ਨਾਲ ਸਿਧਾਂਤ ਨਿਰਮਾਣ ਅਤੇ ਨਵੇਂ ਵਿਚਾਰਾਂ ਪ੍ਰਸਤਾਵਿਆਂ ਦੀ ਸਿਰਜਣਾ ਹੁੰਦੀ ਹੈ। ਮਤਲਬ ਇਹ ਨਹੀਂ ਹੈਗਾ ਸਮਾਜਿਕ ਸਿੱਖਿਆ ਦੀ ਕਲਾਸ ਦੇ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ ਆਏ, ਤੁਸੀਂ ਜੋ ਪੜ੍ਹਾਉਣਾ ਪੜ੍ਹਾ ਕੇ ਚਲੇ ਗਏ। ਬੱਚਿਆਂ ਦੀ ਸਰਗਰਮ ਭੂਮਿਕਾ ਹੋਣੀ ਚਾਹੀਦੀ ਆ ਕਿ ਪੜ੍ਹਾਉਣ ਦੇ ਨਾਲ ਨਾਲ ਤੁਸੀਂ ਬੱਚਿਆਂ ਕੋਲੋਂ ਪੁੱਛ-ਗਿੱਛ ਵੀ ਰੱਖਦੇ ਜਾਓ। ਠੀਕ ਆ, ਕੋਈ ਨਾ ਕੋਈ ਖੋਜ, ਜਿਓਗ੍ਰਾਫੀ ਦਾ ਟੌਪਿਕ ਲਾ ਲਓ ਜਾਂ ਕੋਈ ਵੀ ਤੁਸੀਂ ਜਿਓਗ੍ਰਾਫੀ ਦਾ ਕਰਵਾ ਰਹੇ ਹੋ। ਖੋਜ ਦਾ ਮਤਲਬ ਕੀ ਆ, ਮੰਨ ਲਓ ਤੁਸੀਂ ਵਾਯੂਮੰਡਲ ਦੀਆਂ ਪਰਤਾਂ ਬੱਚੇ ਨੂੰ ਪੜ੍ਹਾਈਆਂ ਤੇ ਤੁਸੀਂ ਬੱਚੇ ਨੂੰ ਇਹ ਕਹਿਆ ਵੀ ਸਮਤਾਪ ਮੰਡਲ ਦੇ ਵਿੱਚ ਜਹਾਜ਼ ਦੀਆਂ ਉਡਾਣਾਂ ਭਰੀਆਂ ਜਾਂਦੀਆਂ। ਹੁਣ ਸਕੂਲੋਂ ਬੱਚਾ ਘਰ ਆ ਗਿਆ,
ਜਹਾਜ਼ ਲੰਘਿਆ ਤੇ ਬੱਚਾ ਦੇਖੂਗਾ ਵੀ ਹਾਂ ਮੈਮ ਨੇ ਕਿਹਾ ਸੀ ਵੀ ਸਮਤਾਪ ਮੰਡਲ ਦੇ ਵਿੱਚੋਂ ਜਹਾਜ਼ ਜਿਹੜੇ ਨੇ ਉਹ ਲੰਘਦੇ ਨੇ ਕਿਉਂਕਿ ਉੱਥੇ ਬੱਦਲਾਂ ਦੀ ਹਨੂਦ ਆ। ਤੇ ਫਿਰ ਬੱਚਾ ਸੋਚੂਗਾ ਵੀ ਕਿਉਂਕਿ ਜਦੋਂ ਆਪਾਂ ਦੇਖਿਆ ਬੱਦਲ ਜੇ ਹੋਏ ਹੁੰਦੇ ਪਾਣੀ ਪੂਣੀ ਵਾਲੇ ਜਹਾਜ਼ ਲੰਘਦੇ ਤਾਂ ਆਪਾਂ ਨੂੰ ਐ ਲੱਗੂ ਬੱਦਲ ਦੇ ਵਿੱਚ ਦੀ ਜਹਾਜ਼ ਲੰਘ ਗਿਆ। ਦੇਖਿਆ ਕਦੀ? ਦੇਖਿਆ ਕਦੀ? ਲੱਗਦਾ ਹੁੰਦਾ ਨਾ ਵੀ ਐ ਲੱਗੂ ਵੀ ਬੱਦਲ ਦੇ ਵਿੱਚ ਦੀ ਜਹਾਜ਼ ਲੰਘ ਗਿਆ। ਤੇ ਜੇ ਕਿਤੇ ਬੱਚੇ ਨੇ ਇਦਾਂ ਦੇਖ ਲਿਆ ਉਹ ਸੋਚੂਗਾ ਵੀ ਮੈਮ ਨੇ ਤੇ ਕਿਹਾ ਸੀ ਸਮਤਾਪ ਮੰਡਲ ਦੇ ਵਿੱਚ ਬੱਦਲਾਂ ਦੀਆਂ ਨਾ ਉਹਦਾ ਤਾਂ ਕਰਕੇ ਉੱਥੇ ਜਹਾਜ਼ ਲੰਘਦੇ ਆ, ਪਰ ਇੱਥੇ ਤੇ ਜਹਾਜ਼ ਹੀ ਬੱਦਲਾਂ ਦੇ ਵਿੱਚ ਦੀ ਲੰਘ ਗਿਆ। ਇਹ ਕੀ ਬਣਿਆ? ਸੋ ਮਤਲਬ ਬੱਚਾ ਉੱਥੇ ਖੋਜ ਕਰਕੇ ਸਿੱਖ ਰਿਹਾ ਵਾ। ਤੇ ਹੁਣ ਬੱਚਾ ਇਹੋ ਜਿਹੇ ਸਵਾਲ ਕਿਉਂ ਮਨ ਚ ਲਿਆ ਰਿਹਾ, ਅੱਖੀ ਕਿਉਂ ਪ੍ਰੈਕਟੀਕਲੀ ਐਕਸਪੀਰੀਅੰਸ ਪ੍ਰਾਪਤ ਕਰ ਰਿਹਾ, ਕਿਉਂ? ਕਿਉਂਕਿ ਉਹਦਾ ਟੀਚਰ ਉਦਾਂ ਦਾ ਹੋਊਗਾ, ਉਹਦਾ ਟੀਚਰ ਉਹਨਾਂ ਨੂੰ ਕਹੂਗਾ ਕਿ ਪ੍ਰੈਕਟੀਕਲੀ ਤੁਸੀਂ ਏਦਾਂ ਦੇਖਿਓ ਜਾ ਕੇ, ਏਦਾਂ ਹੋਊਗਾ, ਤੁਹਾਨੂੰ ਏਦਾਂ ਦੇਖਣ ਨੂੰ ਮਿਲੂਗਾ। ਠੀਕ ਆ? ਤੇ ਜੇਕਰ ਜੇ ਟੀਚਰ ਹੀ ਸੁਸਤ ਆ ਤੇ ਬੱਚੇ ਨੂੰ ਕੀ ਲੋੜ ਅਸਮਾਨ ਵੱਲ ਵੇਖਣ ਦੀ? ਉਹਨੂੰ ਕੋਈ ਕਿਉਂਕਿ ਉਹਨੂੰ ਇੱਕ ਰੱਟਾ ਲਾ ਕੇ ਪੜ੍ਹਾਇਆ ਜਾ ਰਿਹਾ, ਉਹਨੂੰ ਪਤਾ ਹੀ ਨਹੀਂ ਸਮਾਜਿਕ ਸਿੱਖਿਆ ਸਬਜੈਕਟ ਕੀ ਆ। ਤੇ ਬਹਿਸ ਕਰੂਗਾ। ਹੁਣ ਬਹਿਸ ਬੱਚਾ ਕਿੱਥੇ ਕਰੂਗਾ? ਅਗਲੇ ਦਿਨ ਫਿਰ ਜਦੋਂ ਕਲਾਸ 'ਚ ਗਿਆ ਤੇ ਉਹ ਜਾ ਕੇ ਟੀਚਰ ਨਾਲ ਬਹਿਸ ਕਰੂ। ਬਹਿਸ ਕੀ ਕਰੂ ਵੀ ਮੈਮ ਤੁਸੀਂ ਤੇ ਕਿਹਾ ਸੀ ਸਮਤਾਪ ਮੰਡਲ ਦੇ ਵਿੱਚ ਅਣਹੋਂਦ ਪਾਈ ਜਾਂਦੀ ਬੱਦਲਾਂ ਦੀ, ਮੈਂ ਤੇ ਕੱਲ ਬੱਦਲਾਂ ਦੇ ਵਿੱਚ ਦੀ ਜਹਾਜ਼ ਲੰਘਦਾ ਵੇਖਿਆ। ਬਹਿਸ ਹੋਊਗੀ ਤੇ ਉਹ ਬੱਚਾ ਆਪਣਾ ਪ੍ਰਤੀਕਰਮ ਦਊਗਾ। ਠੀਕ ਹੈ? ਆਪਣਾ ਰਿਐਕਸ਼ਨ ਪੇਸ਼ ਕਰੂਗਾ ਟੀਚਰ ਦੇ ਅੱਗੇ। ਇਹ ਜਿੰਨੀਆਂ ਵੀ ਗੱਲਾਂ ਮੈਂ ਤੁਹਾਨੂੰ ਦੱਸੀਆਂ ਇਹ ਬੱਚੇ ਦੇ ਅੰਦਰ ਆਲੋਚਨਾਤਮਕ ਸੋਚ ਦਾ ਵਿਕਾਸ ਜਿਹੜਾ ਜੇ ਕਰਦੀਆਂ ਨੇ। ਤਾਂ ਇੱਕ ਵਾਰੀ ਜਿਹੜਾ ਵਾ ਤੁਸੀਂ ਇਹ ਡੈਮੋ ਕਲਾਸ ਤੁਹਾਨੂੰ ਐਪ ਤੇ ਵੀ ਅਪਲੋਡ ਹੋਊਗੀ, ਸੇਮ YouTube ਤੇ ਤਾਂ ਚੱਲਣੀ ਹੀ ਚੱਲ ਹੀ ਰਹੀ ਹੈ। ਠੀਕ ਆ? ਇਸ ਲਈ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਵਿਦਿਆਰਥੀਆਂ ਨੂੰ ਕਲਾਸ ਵਿੱਚ ਉੱਚੀ ਆਵਾਜ਼ ਵਿੱਚ ਪੜ੍ਹਨਾ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਨਹੀਂ ਕਰਦਾ। ਉੱਚੀ ਆਵਾਜ਼ ਨਾਲ ਤੇ ਕੋਈ ਮਤਲਬ ਹੀ, ਆਪਾਂ ਪੰਜਾਬੀ ਦੀ ਕੋਈ ਕਵਿਤਾ ਥੋੜੀ ਪੜ੍ਹਾ ਰਹੇ ਹਾਂ ਵੀ ਆਪਾਂ ਉੱਥੇ ਕੋਈ ਕਵਿਤਾ ਪੜ੍ਹਾ ਰਹੇ ਹਾਂ ਤੇ ਉੱਚੀ ਉੱਚੀ ਹੇਕਾਂ ਲਾ ਕੇ ਤੁਸੀਂ ਪੜ੍ਹੀ ਜਾਓ। ਨਹੀਂ ਬਈ, ਜਿੱਥੇ ਉੱਚੀ ਆਵਾਜ਼ ਦੇ ਵਿੱਚ ਪੜ੍ਹਨਾ ਆ ਗਿਆ ਉਹਦਾ SST ਵਿਸ਼ੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਤੇ ਤੁਸੀਂ ਧਿਆਨ ਦੇ ਨਾਲ ਦੇਖ ਲਓ, ਸਿਰਫ ਜੇ ਆਪਾਂ 2 ਪ੍ਰਸ਼ਨ ਕੀਤੇ ਆ ਤਾਂ 2 ਪ੍ਰਸ਼ਨ ਕਰਨ ਤੇ ਕਿੰਨਾ ਟਾਈਮ ਲੱਗਾ। ਤਾਂ ਤੁਸੀਂ ਇਹ ਸੋਚ ਲਓ ਵੀ SST ਪੈਡਾਗੋਜੀ ਦਾ ਲੈਵਲ ਤੁਹਾਡਾ ਕਿੰਨਾ ਵਧੀਆ ਤਿਆਰ ਹੋਊਗਾ। ਠੀਕ ਆ? ਕੁਐਸਚਨ ਨੰਬਰ 3 ਤੇ ਆ ਜਾਓ। ਕੁਐਸਚਨ ਨੰਬਰ 3 ਹੈਗਾ, 1 ਮਿੰਟ ਬਈ, ਤੀਜਾ ਕੁਐਸਚਨ ਕਿੱਥੇ ਗਿਆ? ਸੌਰੀ, ਕੋਈ ਗੱਲ ਨਹੀਂ, ਮੈਂ ਐਡ ਕਰ ਦੂੰਗੀ। ਠੀਕ ਆ? ਕੁਐਸਚਨ ਨੰਬਰ 4 ਤੇ ਆ ਜਾਓ। ਕੁਐਸਚਨ ਨੰਬਰ 4 ਹੈਗਾ ਬਈ, ਸਮਾਜਿਕ ਵਿਗਿਆਨ ਕਲਾਸਰੂਮ ਵਿੱਚ ਜਮਹੂਰੀ ਕਲਾਸਰੂਮ ਦੀਆਂ ਵਿਸ਼ੇਸ਼ਤਾਵਾਂ ਦੀ ਪਹਿਚਾਣ ਕਰੋ। ਜਮਹੂਰੀ ਦਾ ਮਤਲਬ ਸਮਝਦੇ ਹੋ? ਪਤਾ ਹੈ ਜਮਹੂਰੀ ਕੀ ਆ? ਜਮਹੂਰੀ ਮਤਲਬ ਲੋਕਤੰਤਰਿਕ। ਇਹਦਾ ਮਤਲਬ ਕੀ? ਲੋਕਤੰਤਰਿਕ। ਕਲੀਅਰ? ਠੀਕ ਹੈ? ਇਸ ਸ਼ਬਦ ਨੂੰ ਧਿਆਨ ਦੇ ਵਿੱਚ ਰੱਖਿਓ। ਮਤਲਬ ਇਹ ਵੀ SST ਦੀ ਕਲਾਸ ਦੇ ਵਿੱਚ ਆਪਾਂ ਵੇਖਣਾ ਵਾ ਕਿ ਡੈਮੋਕ੍ਰੇਟਿਕ ਮਾਹੌਲ ਬਣਿਆ ਹੈਗਾ। ਕਲਾਸ ਦੇ ਵਿੱਚ ਡੈਮੋਕ੍ਰੇਟਿਕ ਮਾਹੌਲ, ਤਾਂ ਆਪਾਂ ਇਹਦੇ ਲਈ ਕੀ ਕਰਾਂਗੇ? ਕੀ ਕਰਾਂਗੇ ਆਪਾਂ ਇਹਦੇ ਲਈ? ਵੇਖੋ, ਇਹ ਵਿਦਿਆਰਥੀਆਂ ਨੂੰ ਆਪਣੀ ਆਵਾਜ਼ ਦੇਣ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ ਕਿ ਉਹ ਕੀ ਸਿੱਖਦੇ ਹਨ ਤੇ ਕਿਵੇਂ ਸਿੱਖਦੇ ਹਨ। ਬਿਲਕੁਲ ਜਿਹੜੀ ਸਾਡੀ A ਆਪਸ਼ਨ ਆ ਇਹ ਡੈਮੋਕ੍ਰੇਟਿਕ ਮਾਹੌਲ ਨੂੰ ਬੜਾਵਾ ਦੇ ਰਹੀ ਆ। ਕੀ ਕਰ ਰਹੀ ਆ? ਡੈਮੋਕ੍ਰੇਟਿਕ ਮਾਹੌਲ ਨੂੰ ਬੜਾਵਾ ਦੇ ਰਹੀ ਆ। ਕਿਉਂਕਿ ਜਿੱਥੇ ਬੱਚੇ ਨੂੰ ਆਪਣੀ ਵਿਚਾਰ ਦੇਣ ਦੀ ਆਜ਼ਾਦੀ ਆ, ਉਹ ਕਿੱਦਾਂ ਸਿੱਖ ਰਹੇ, ਕੀ ਸਿੱਖ ਰਹੇ, ਸਾਰਾ ਕੁਝ। ਠੀਕ ਆ? ਤੇ ਉਸ ਤੋਂ ਬਾਅਦ ਆ ਗਿਆ ਅਧਿਆਪਕ ਫੈਸਲੇ ਲੈਣ ਵਿੱਚ ਜ਼ਿੰਮੇਵਾਰੀ ਨੂੰ ਸਾਂਝਾ ਕਰਦੇ ਹਨ। ਸਮਾਨਤਾ, ਵਿਦਿਆਰਥੀ ਕੇਂਦਰਿਤ ਸਿੱਖਿਆ ਪ੍ਰਦਾਨ ਕਰਦੇ ਹਨ ਤੇ ਪ੍ਰਭਾਵਸ਼ਾਲੀ ਸੰਚਾਰ ਲਈ ਇੱਕ ਮਾਹੌਲ ਬਣਾਉਂਦੇ ਆ। ਮਤਲਬ ਕਿ ਕਲਾਸ ਦੇ ਵਿੱਚ ਟੀਚਰ ਦੇ ਲਈ ਸਾਰੇ ਸਟੂਡੈਂਟਸ ਇੱਕ ਸਮਾਨ ਆ। ਜਿਹੜੀ ਐਜੂਕੇਸ਼ਨ ਆ ਉਹ ਚਾਈਲਡ ਸੈਂਟਰਡ ਐਜੂਕੇਸ਼ਨ ਆ। ਠੀਕ ਆ? ਤੇ ਇਹਦੇ ਨਾਲ ਕੀ ਹੋਊਗਾ ਕਿ ਕਲਾਸ ਦੇ ਵਿੱਚ ਪ੍ਰਭਾਵਸ਼ਾਲੀ ਸੰਚਾਰ ਮਾਹੌਲ ਬਣਿਆ ਹੋਇਆ ਵਾ। ਠੀਕ ਹੈ? ਬੱਚਿਆਂ ਦੀ ਸਾਰਿਆਂ ਦੀ ਭਾਗੀਦਾਰੀ ਇੱਕ ਸਮਾਨ ਆ। ਜੇ ਇੱਕ ਬੱਚੇ ਨੂੰ ਬੋਲਣ ਦਾ ਮੌਕਾ ਦਿੱਤਾ ਜਾ ਰਿਹਾ ਤੇ ਦੂਜੇ ਨੂੰ ਦਿੱਤਾ ਜਾ ਰਿਹਾ। ਜੇ 4-5 ਬੱਚਿਆਂ ਨੂੰ ਬੋਲਣ ਦਾ ਮੌਕਾ ਦਿੱਤਾ ਜਾ ਰਿਹਾ ਤਾਂ ਜੇ ਕਲਾਸ ਦੇ ਵਿੱਚ 30 ਤੋਂ 35 ਬੱਚੇ ਤੇ ਸਾਰਿਆਂ ਨੂੰ ਬੋਲਣ ਦਾ ਮੌਕਾ ਦਿੱਤਾ ਜਾ ਰਿਹਾ। ਇਹਦਾ ਮਤਲਬ ਇਹ ਕਿ ਕਲਾਸ ਦੇ ਵਿੱਚ ਉਹ ਕਿਹੜੀਆਂ ਵਿਸ਼ੇਸ਼ਤਾਵਾਂ ਆ ਜਾਂਦੀਆਂ ਵਾ? ਡੈਮੋਕ੍ਰੇਟਿਕ ਵਿਸ਼ੇਸ਼ਤਾਵਾਂ ਜਿਹੜੀਆਂ ਵਾ ਉਸ ਕਲਾਸ ਦੇ ਵਿੱਚ ਹੈਗੀਆਂ। ਤਾਂ ਇਹਦੇ ਲਈ ਜੇਕਰ ਆਪਾਂ ਗੱਲ ਕਰੀਏ
ਜਮਹੂਰੀ ਕਲਾਸਾਂ ਵਿੱਚ ਵਿਦਿਆਰਥੀ ਪੈਸਿਵ ਸਿੱਖਣ ਵਾਲੇ ਹੁੰਦੇ ਹਨ। ਠੀਕ ਆ। ਉਸ ਤੋਂ ਬਾਅਦ ਤੀਜੀ ਗੱਲ ਅੱਗੇ ਆਪਾਂ ਡਿਫਾਈਨ ਕਰਨਾ ਕਿ ਵਾਕਿਆ ਕਿਹੜੀ ਆਪਸ਼ਨ ਨੂੰ ਗਲਤ ਕਿਉਂ ਕੀਤਾ ਗਿਆ, ਕਿਹੜੀ ਨੂੰ ਸਹੀ ਕੀਤਾ ਗਿਆ, ਕਿਉਂ ਕੀਤਾ ਗਿਆ। ਹੁਣ ਇੱਥੇ ਇਹਨਾਂ ਨੇ ਸਾਨੂੰ ਆਨਸਰ ਦੇਤਾ A ਤੇ C, ਹਨਾ। ਇਹਨਾਂ ਨੇ ਕੀ ਕੀਤਾ, B ਆਪਸ਼ਨ ਜਿਹੜੀ ਆ ਉਹਨੂੰ ਇਹਨਾਂ ਨੇ ਨਹੀਂ ਮੰਨਿਆ। ਗੱਲ ਕਰਦੇ ਆਪਾਂ ਕਿਉਂ, ਕਹਿੰਦੇ ਜਮਹੂਰੀ ਕਲਾਸਾਂ ਵਿੱਚ ਵਿਦਿਆਰਥੀ ਨੂੰ ਪੈਸਿਵ ਸਿੱਖਣ ਵਾਲੇ ਹੁੰਦੇ, ਮਤਲਬ ਜਿਹੜੇ ਸਟੂਡੈਂਟਸ ਆ ਉਹ ਐਕਟਿਵ ਨਹੀਂ ਇਹਨਾਂ ਨੇ ਕਿਹਾ, ਇੱਥੇ ਇਹਨਾਂ ਨੇ ਪੈਸਿਵ ਕਿਹਾ ਵਾ। ਆਪਾਂ ਅੱਗੇ ਜਿਹੜਾ ਵਾ ਇਹਦੇ ਲਈ ਗੱਲ ਕਰ ਲੈਂਦੇ ਆ। ਠੀਕ ਹੈ, ਹੁਣ ਅੱਗੇ ਆ ਜਾਓ, ਇਹਦੀ ਥਿਊਰੀ ਆਪਾਂ ਪੜ੍ਹ ਲੈਂਦੇ, ਫਿਰ ਤੁਹਾਨੂੰ ਸਾਰੀ ਸਮਝ ਆ ਜਾਊਗੀ ਕਿ B ਆਪਸ਼ਨ ਜਿਹੜੀ ਆ ਉਹ ਕਿਉਂ ਗਲਤ ਕੀਤੀ ਗਈ। ਵੇਖੋ, ਕਹਿੰਦੇ ਡੈਮੋਕ੍ਰੇਟਿਕ ਕਲਾਸ ਸਿੱਖਣ ਦੇ ਵਾਤਾਵਰਨ ਹੁੰਦੇ ਹਨ। ਮਤਲਬ ਕਿ ਡੈਮੋਕ੍ਰੇਟਿਕ ਮਾਹੌਲ ਆ ਕਲਾਸ ਦੇ ਵਿੱਚ, ਤਾਂ ਇਹਦਾ ਮਤਲਬ ਇਹ ਆ ਕਿ ਸਿੱਖਣ ਦਾ ਵਾਤਾਵਰਨ ਕ੍ਰੀਏਟ ਕੀਤਾ ਗਿਆ ਕਲਾਸ ਦੇ ਵਿੱਚ, ਜੋ ਵਿਦਿਆਰਥੀਆਂ ਨੂੰ ਉਹਨਾਂ ਦੀ ਸਿਖਲਾਈ ਵਿੱਚ ਵਿਕਲਪਾਂ ਦੇ ਨਾਲ ਸ਼ਕਤੀ ਪ੍ਰਦਾਨ ਕਰਦੇ ਹਨ ਅਤੇ ਵਿਦਿਆਰਥੀਆਂ ਲਈ ਵਧੀ ਹੋਈ ਸਮੂਲੀਅਤ, ਬਿਹਤਰ ਸਿੱਖਣ ਦੇ ਨਤੀਜਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਾਂਝੇ ਫੈਸਲੇ ਲੈਣ ਨੂੰ ਸ਼ਾਮਿਲ ਕਰਦੇ ਹਨ। ਸਮਾਜਿਕ ਵਿਗਿਆਨ ਕਲਾਸਰੂਮ ਵਿੱਚ ਲੋਕਤੰਤਰੀ ਕਲਾਸਰੂਮ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਹੋ ਸਕਦੀਆਂ? ਇਹ ਆ ਸਕਦੀਆਂ ਜੀ, ਜੇ ਮੈਂ ਤੁਹਾਨੂੰ ਉੱਪਰ 4 ਪਾਈਆਂ ਪੇਪਰ ਦੇ ਵਿੱਚ, ਤੇ ਇੱਥੇ ਇਹਨਾਂ ਦੇ ਵਿੱਚੋਂ ਕੋਈ ਆ ਸਕਦੀਆਂ। ਠੀਕ ਹੈ, ਬਹੁਤ ਇੰਪੋਰਟੈਂਟ ਡਾਟਾ। ਜਮਹੂਰੀ ਕਲਾਸਰੂਮ ਵਿਦਿਆਰਥੀ ਦੀ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਦਾ ਹੈ। ਜਮਹੂਰੀ ਕਲਾਸਰੂਮਾਂ ਵਿੱਚ ਵਿਦਿਆਰਥੀ ਸਰਗਰਮ ਸਿੱਖਣ ਵਾਲੇ ਹੁੰਦੇ ਹਨ। ਠੀਕ ਆ, ਇਹ ਵਿਦਿਆਰਥੀਆਂ ਨੂੰ ਆਪਣੀ ਆਵਾਜ਼ ਦੇਣ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ। ਉਹ ਕੀ ਸਿੱਖਦੇ ਹਨ ਤੇ ਕਿਵੇਂ ਸਿੱਖਦੇ ਹਨ। ਇਹ ਵਿਦਿਆਰਥੀਆਂ ਲਈ ਸਿੱਖਣ ਨੂੰ ਵਧੇਰੇ ਮਜ਼ੇਦਾਰ ਬਣਾਉਂਦਾ ਹੈ ਅਤੇ ਪੜ੍ਹਾਉਣਾ ਵਧੇਰੇ ਮਜ਼ੇਦਾਰ ਬਣਾਉਂਦਾ ਹੈ, ਅਤੇ ਉਹ ਅਧਿਆਪਕ ਵਿਦਿਆਰਥੀ ਸੰਬੰਧਾਂ ਨੂੰ ਸੁਧਾਰਦੇ ਹਨ। ਠੀਕ ਆ, ਇਹ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਉੱਚ ਭਰੋਸੇ ਵਾਲੇ ਰਿਸ਼ਤੇ ਅਤੇ ਸਾਂਝੀ ਸ਼ਕਤੀ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ। ਕਹਿੰਦੇ ਅਧਿਆਪਕ ਫੈਸਲੇ ਲੈਣ ਵਿੱਚ ਆਪਣੀ ਜ਼ਿੰਮੇਵਾਰੀ ਸਾਂਝੀ ਕਰਦੇ ਹਨ, ਸਮਾਨਤਾ ਪ੍ਰਦਾਨ ਕਰਦੇ ਹਨ, ਤੇ ਅਧਿਆਪਕ ਆਪਣੀ ਜ਼ਿੰਮੇਵਾਰੀ ਸਮਝਦਾ। ਠੀਕ ਆ, ਉਹ ਸਾਰੇ ਬੱਚਿਆਂ ਨੂੰ ਇੱਕ ਅੱਖ ਨਾਲ ਦੇਖ ਰਿਹਾ, ਤੇ ਜਿਹੜੀ ਐਜੂਕੇਸ਼ਨ ਆ ਉਹ ਚਾਈਲਡ ਸੈਂਟਰਡ ਐਜੂਕੇਸ਼ਨ ਆ, ਤੇ ਕਲਾਸ ਦੇ ਵਿੱਚ ਕੀ ਆ, ਬਿਹਤਰ ਮਾਹੌਲ ਹੈ, ਪ੍ਰਭਾਵਸ਼ਾਲੀ ਸੰਚਾਰ ਹੋ ਰਿਹਾ, ਬੱਚਿਆਂ ਦੇ ਵਿਚਾਰਾਂ ਅਤੇ ਯੋਗਦਾਨਾਂ ਦੇ ਲਈ ਸਤਿਕਾਰ ਪੈਦਾ ਕਰਦਾ ਵਾ। ਇਹ ਇੱਕ ਵਿਦਿਆਰਥੀ ਨੂੰ ਆਪਣੇ ਆਪ ਨੂੰ ਭਾਵਨਾ ਵਿਕਸਿਤ ਕਰਨ ਦੇ ਯੋਗ ਬਣਾਉਂਦਾ ਵਾ। ਸੋ ਇਸ ਕਰਕੇ ਆਪਸ਼ਨ 'ਚ ਆਪਣੇ ਕੋ ਹੋ ਗਈ ਗਲਤੀ। ਨਹੀਂ ਜੀ, ਸਹੀ ਵਿਕਲਪ ਉਹਨਾਂ ਨੇ ਕਿਹਾ ਆ ਜੀ 3, A ਅਤੇ B। ਹਾਂ, ਅੱਗੇ ਮੈਂ ਸੋਚ ਰਹੀ ਵੀ ਇਹ ਕੀ ਹੋ ਰਿਹਾ। ਠੀਕ ਆ, ਕਿਉਂਕਿ ਮੈਂ ਇੱਥੇ ਪੈਸਿਵ ਸ਼ਬਦ ਤੋਂ ਇੱਥੇ ਮੈਂ ਵੀ ਹੋ ਗਈ, ਕਿਉਂਕਿ ਬੱਚੇ ਐਕਟਿਵ ਰੋਲ ਅਦਾ ਕਰਨਗੇ, ਫਿਰ ਹੀ ਆਪਾਂ ਕਹਾਂਗੇ ਕਿ ਡੈਮੋਕ੍ਰੇਟਿਕ ਮਾਹੌਲ ਆ ਕਲਾਸ ਦੇ ਵਿੱਚ। ਤਾਂ ਇੱਥੇ ਇਹਨਾਂ ਨੇ ਪੈਸਿਵ ਕਰਤਾ, C ਆਪਸ਼ਨ ਗਲਤ ਹੋ ਗਈ। ਤਾਂ ਆਪਣੀ ਆਪਸ਼ਨ ਰਾਈਟ ਕੀ ਆਉਣੀ ਆ? ਸਿਰਫ A ਤੇ B ਆਪਸ਼ਨ, ਸਿਰਫ A ਤੇ B ਆਪਸ਼ਨ ਸਹੀ ਆ। ਤੇ ਜੇਕਰ ਡੈਮੋਕ੍ਰੇਟਿਕ ਮਾਹੌਲ ਪੁੱਛਿਆ ਗਿਆ ਤੇ ਉਹ ਪੈਸਿਵ ਸਿੱਖਣ ਵਾਲੇ ਬੱਚਿਆਂ ਦੀ ਗੱਲ ਕਰ ਰਿਹਾ, ਤਾਂ ਉਹ ਆਪਸ਼ਨ ਰਾਜੇ ਗਲਤ ਹੋ ਜੂਗੀ। ਸਮਝ ਆ ਗਈ ਸਾਰੀ? ਆ ਗਈ। ਉਸ ਤੋਂ ਬਾਅਦ ਤੁਸੀਂ ਆ ਜਾਓ ਅਗਲੇ ਕੁਐਸਚਨ ਤੇ। ਅੱਛਾ, ਤੀਜਾ ਆ ਗਿਆ ਤੀਜਾ ਕੁਐਸਚਨ ਅੱਗੇ। ਠੀਕ ਆ, ਉਲਟ ਪੁਲਟ ਲੱਗੇ ਆ ਮੇਰੇ ਤੋਂ ਪੇਜ, ਕੋਈ ਵਧੀਆ ਵਾਲੀ ਗੱਲ ਨਹੀਂ। ਆ ਗਿਆ ਆਪਣਾ ਤੀਜਾ ਕੁਐਸਚਨ। ਠੀਕ ਹੈ ਜੀ, ਅਗਲਾ ਕੁਐਸਚਨ ਸਾਡਾ ਹੈਗਾ ਜੀ, ਭਾਰਤ ਦੇ ਨੌਜਵਾਨਾਂ ਵਿੱਚ ਇੱਕ ਜਨਸੰਖਿਆ ਲਾਭ ਅੰਸ਼। ਠੀਕ ਆ, ਮਤਲਬ ਕਿ ਪਾਪੂਲੇਸ਼ਨ ਵਾਲਾ ਟੌਪਿਕ ਪੜ੍ਹਾ ਰਹੇ ਆ। ਤਾਂ ਪੜ੍ਹਾਉਂਦੇ ਸਮੇਂ ਸੈਕੰਡਰੀ ਸਕੂਲ ਦੇ ਸੰਦਰਭ ਵਿੱਚ ਹੇਠ ਲਿਖੀਆਂ ਵਿੱਚੋਂ ਕਿਹੜੀ ਵਿਧੀ ਸਭ ਤੋਂ ਵੱਧ ਉਪਯੋਗੀ ਹੈ? ਤੇ ਜੇਕਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਕਲਾਸ ਦੇ ਵਿੱਚ ਪਾਪੂਲੇਸ਼ਨ ਵਾਲਾ ਟੌਪਿਕ ਪੜ੍ਹਾਉਣਾ ਵਾ, ਤੇ ਤੁਸੀਂ ਟੀਚਿੰਗ ਦਾ ਕਿਹੜਾ ਮੈਥਡ ਵਰਤੋਗੇ? ਚਰਚਾ, ਠੀਕ ਆ, ਚਰਚਾ, ਪ੍ਰੋਜੈਕਟ ਦਾ ਕੰਮ, ਸਵਾਲ ਕਰਨਾ, ਜਾਂ ਫੀਲਡ ਵਰਕ। ਹੁਣ ਇਹਨਾਂ ਨੇ ਇਹ ਕਿਹਾ ਵਾ ਕਿ ਜਦੋਂ ਅਸੀਂ ਕਲਾਸ ਦੇ ਵਿੱਚ ਪਾਪੂਲੇਸ਼ਨ ਵਾਲਾ, ਜਨਸੰਖਿਆ ਵਾਲਾ ਵਿਸ਼ਾ ਪੜ੍ਹਾਉਣਾ ਵਾ, ਠੀਕ ਆ, ਭਾਰਤ ਦੇ ਨੌਜਵਾਨਾਂ ਦੇ ਬਾਰੇ ਵੀ, ਜਾਂ ਨੌਜਵਾਨਾਂ ਦੀ ਸਾਖਰਤਾ ਕਹਿ ਲਓ ਵੀ ਉਹ ਕਿੰਨੀ ਕੁ ਆ, ਜਨਸੰਖਿਆ ਕਿੰਨੀ ਕੁ ਆ, ਜਾਂ 16 ਤੋਂ ਲੈ ਕੇ 21 ਸਾਲ ਤੱਕ ਦੇ ਨੌਜਵਾਨ ਕਿੰਨੇ ਕੁ ਆ, ਇੱਦਾਂ ਕੋਈ ਵੀ ਲਾ ਲਓ ਪਾਪੂਲੇਸ਼ਨ ਦਾ ਟੌਪਿਕ ਆਪਾਂ ਕਰਵਾਉਣਾ ਵਾ, ਤੇ ਆਪਾਂ ਚਰਚਾ ਦੀ ਵਿਧੀ ਨਾਲ ਕਰਾਵਾਂਗੇ। ਹੁਣ ਕਿਉਂ ਵੀ ਸਮਝ ਲਓ। ਚਰਚਾ ਦਾ ਜਿਹੜਾ ਰਾਜੇ ਟੌਪਿਕ ਹੈਗਾ ਵਾ, ਦੇਖੋ ਧਿਆਨ ਦੇ ਨਾਲ, ਚਰਚਾ ਕਹਿੰਦੇ ਵਿਆਪਕ ਤੌਰ ਤੇ ਵਰਤੀਆਂ ਜਾਂਦੀਆਂ ਸਮੂਹਿਕ ਕੇਂਦਰਿਤ ਸਿਖਲਾਈ
ਤਕਨੀਕਾਂ ਵਿੱਚੋਂ ਇੱਕ ਹੈ। ਸਮੂਹਿਕ ਕੇਂਦਰਿਤ ਸਿਖਲਾਈ, ਆਹ ਚੀਜ਼ ਨੂੰ ਅੰਡਰਲਾਈਨ ਕਰ ਲਿਓ ਬਈ। ਇਹ ਚਰਚਾ ਜਿਹੜੀ ਸਾਡੀ ਟੀਚਿੰਗ ਸਕਿੱਲ ਆ ਉਹਦੀ ਇੱਕ ਟੈਕਨੀਕ ਆ। ਸੈਕੰਡਰੀ ਸਕੂਲ ਵਿੱਚ ਸੰਦਰਭ ਵਿੱਚ ਇਸ ਦੀ ਵਰਤੋਂ ਕਈ ਸਥਿਤੀਆਂ ਵਿੱਚ ਕੀਤੀ ਜਾਂਦੀ ਹੈ। ਇਸ ਦਾ ਮੁੱਲ ਮੁੱਖ ਤੌਰ ਤੇ ਇਸ ਤੱਥ ਵਿੱਚ ਹੈ ਕਿ ਇੱਕ ਕਿਸਮ ਦੀ ਬੌਧਿਕ ਟੀਮ ਵਰਕ ਦੀ ਨੁਮਾਇੰਦਗੀ ਕਰਦਾ ਹੈ। ਇਸ ਸਿਧਾਂਤ ਤੇ ਨਿਰਭਰ ਕਰਦਾ ਹੈ ਕਿ ਕਈ ਵਿਅਕਤੀਆਂ ਦੇ ਗਿਆਨ, ਵਿਚਾਰ, ਭਾਵਨਾਵਾਂ ਇੱਕ ਵਿਅਕਤੀ ਨਾਲੋਂ ਵੱਧ ਯੋਗਤਾ ਹੁੰਦੀ ਹੈ, ਕਿਉਂਕਿ ਇੱਥੇ ਡਿਫਰੈਂਟ ਆ ਜਾਂਦਾ ਵੀ ਹਰ ਵਿਅਕਤੀ ਜਿਹੜਾ ਵਾ ਉਹਦਾ ਗਿਆਨ ਵੱਖਰਾ ਵਾ, ਉਹਦੇ ਵਿਚਾਰ ਵੱਖਰੇ ਆ, ਉਹਦੀਆਂ ਭਾਵਨਾਵਾਂ ਵੱਖਰੀਆਂ ਵਾ। ਹਰ ਇੱਕ ਵਿਅਕਤੀ ਦੀ ਯੋਗਤਾ ਉਹਦੇ ਨਾਲੋਂ ਅਲੱਗ ਆ। ਚਰਚਾ ਦੀ ਤਾਕਤ ਸਮੂਹ ਦੇ ਮੈਂਬਰਾਂ ਦੀ ਵਿਆਪਕ ਭਾਗੀਦਾਰੀ ਵਿੱਚ ਹੈ। ਇਹ ਇਕੱਠੇ ਸੋਚਣ ਦੀ ਪ੍ਰਕਿਰਿਆ ਹੈ ਜੋ ਟੁੱਟ ਜਾਂਦੀ ਹੈ ਜੇਕਰ ਇੱਕ ਮੈਂਬਰ ਜਾਂ ਸਮੂਹ ਇਸ ਤੇ ਹਾਵੀ ਹੁੰਦਾ ਹੈ। ਹੁਣ ਪਾਪੂਲੇਸ਼ਨ ਵਾਲਾ ਟੌਪਿਕ ਪੜ੍ਹਾਉਣ ਜਾ ਰਹੇ ਆਪਾਂ, ਤਾਂ ਇਹਦੇ ਵਿੱਚ ਤੁਸੀਂ ਸੋਚੋਗੇ ਵੀ ਨੌਲੇਜ ਦਾ ਕੀ ਕੰਮ, ਵਿਚਾਰਾਂ ਦਾ ਕੀ ਕੰਮ, ਜਾਂ ਭਾਵਨਾਵਾਂ ਦਾ ਕੀ ਕੰਮ। ਠੀਕ ਆ, ਹੁਣ ਮੈਂ ਤੁਹਾਨੂੰ ਸਿੱਧੇ ਤੌਰ ਤੇ ਕਹਾਂ, ਕਿਉਂਕਿ ਜਿਹੜਾ ਹੁੰਦਾ ਨਾ SST ਦਾ ਟੀਚਰ, ਉਹਨੂੰ ਬਹੁਤ ਇੱਦਾਂ ਦੀਆਂ ਗੱਲਾਂ ਖੁੱਲ੍ਹੇਆਮ ਬੋਲਣੀਆਂ ਪੈਂਦੀਆਂ। ਹੁਣ ਜਦੋਂ ਆਪਾਂ ਪਾਪੂਲੇਸ਼ਨ ਦੀ ਗੱਲ ਕਰਦੇ ਹਾਂ ਤਾਂ ਹੁਣੇ 24 ਦੀ ਲੇਟੈਸਟ ਗੱਲ ਲਾ ਲਓ ਵੀ ਪਹਿਲਾਂ ਪਾਪੂਲੇਸ਼ਨ ਦੇ ਅਕੋਰਡਿੰਗ ਭਾਰਤ ਜਿਹੜਾ ਸੀ ਦੂਜੇ ਨੰਬਰ ਤੇ ਸੀ, ਹੁਣ ਪਹਿਲੇ ਨੰਬਰ ਤੇ ਆ ਗਿਆ। ਇਹਦਾ ਕਾਰਨ ਆਪਾਂ ਕੀ ਮੰਨਾਂਗੇ ਕਿ ਭਾਰਤ ਦੇ ਵਿੱਚ ਐਜੂਕੇਸ਼ਨ ਦੀ ਕਮੀ ਆ, ਜਾਂ ਇੱਕ ਘਰ ਦੇ ਵਿੱਚ ਆਪਣੇ ਕਹਿ ਲਓ ਵੀ ਆਪਾਂ ਕਹਿ ਦਿੰਦੇ ਆਮ ਹੀ, ਜੇ ਕਿਸੇ ਘਰ ਪਰਿਵਾਰ ਦੇ ਵਿੱਚ ਇੱਕ ਬੱਚਾ ਉਹਨਾਂ ਦਾ, ਤੇ ਆਪਾਂ ਕਹਿ ਦਿੰਦੇ ਐਜੂਕੇਟਡ ਆ। ਜੇ ਇੱਕ ਘਰ ਦੇ ਵਿੱਚ ਕਿਸੇ ਦੇ 5-6 ਬੱਚੇ ਆ ਤੇ ਆਪਾਂ ਕਹਿ ਦਿੰਦੇ ਅਨਐਜੂਕੇਟਡ ਆ। ਤਾਂ ਜਦੋਂ ਪਾਪੂਲੇਸ਼ਨ ਵਾਲਾ ਟੌਪਿਕ ਚਰਚਾ ਦੇ ਨਾਲ ਕਲਾਸ ਦੇ ਵਿੱਚ ਪੜ੍ਹਾਇਆ ਜਾ ਰਿਹਾ, ਉਹ ਵੀ ਸੈਕੰਡਰੀ ਸਕੂਲ ਲੈਵਲ ਦੇ ਵਿੱਚ, ਉੱਥੇ ਬੱਚੇ ਸੀਨੀਅਰ ਆ ਤੇ ਉੱਥੇ ਬੱਚੇ ਆਪੋ ਆਪਣੇ ਵਿਚਾਰਾਂ ਨੂੰ ਪੇਸ਼ ਕਰਨਗੇ। ਕੋਈ ਜਿਹੜਾ ਇੱਥੇ ਪਾਪੂਲੇਸ਼ਨ ਵਧਣ ਘਟਣ ਦਾ ਕਾਰਨ ਐਜੂਕੇਸ਼ਨ ਦੇ ਨਾਲ ਰਿਲੇਟ ਕਰੂਗਾ। ਸੋ ਆ ਗਈ ਨਾ ਚਰਚਾ ਦੀ ਗੱਲ ਆ ਗਈ। ਤੇ ਹੁਣ ਮੰਨ ਲਓ ਇੱਕ ਸਮੂਹ ਵਰਕ ਆ, ਚਰਚਾ ਆਪਾਂ ਕਿਹਨੂੰ ਕਵਾਂਗੇ? ਹੁਣ ਇੱਕ ਤੋਂ ਜ਼ਿਆਦਾ ਬੱਚੇ ਆ ਫਿਰ ਹੀ ਚਰਚਾ ਹੋਊਗੀ। ਤਾਂ ਹੁਣ ਇਹਨਾਂ ਨੇ ਇਹ ਕਿਹਾ ਵੀ ਇਕੱਠੇ ਸੋਚਣ ਦੀ ਪ੍ਰਕਿਰਿਆ ਤੇ ਫਿਰ ਟੁੱਟ ਜਾਂਦੀ। ਕਿਉਂ ਟੁੱਟ ਜਾਂਦੀ ਆ? ਇਕੱਠੇ ਸੋਚ ਰਹੇ ਬੱਚੇ, ਤੇ ਜੇ ਇੱਕ ਬੱਚੇ ਨੇ ਕਹਿਤਾ ਵੀ ਨਹੀਂ ਇਹਦਾ ਕਾਰਨ ਐਜੂਕੇਸ਼ਨ ਨਹੀਂ ਆ, ਤੇ ਫਿਰ ਉਹ ਜਿਹੜੀ ਸੋਚਣ ਦੀ ਪ੍ਰਕਿਰਿਆ ਉਹ ਟੁੱਟ ਜਾਂਦੀ ਹੈ ਤੇ ਬਾਕੀ ਸਮੂਹ ਤੇ ਹਾਵੀ ਹੋ ਸਕਦੀ ਆ। ਇਹ ਅਧਿਆਪਕ ਦੀ ਜ਼ਿੰਮੇਵਾਰੀ ਹੈ ਕਿ ਉਹ ਵੱਧ ਤੋਂ ਵੱਧ ਸੰਬੰਧਿਤ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਉਤਸ਼ਾਹਿਤ ਕਰੇ। ਉਦਾਹਰਨ ਲਈ ਕਲਾਸ ਟੈਸਟ ਦੇ ਜਵਾਬਾਂ ਤੇ ਫੀਡਬੈਕ ਦੇਣਾ, ਲੈਕਚਰ ਦੇ ਅੰਤ ਤੇ ਵਿਦਿਆਰਥੀਆਂ ਦੇ ਸ਼ੰਕਿਆਂ ਨੂੰ ਸਪਸ਼ਟ ਕਰਨਾ, ਕਲਾਸਰੂਮ ਦੀ ਸਮੱਸਿਆ ਤੇ ਵਿਕਲਪਕ ਹੱਲ ਪੈਦਾ ਕਰਨਾ ਅਤੇ ਅਧਿਆਪਕ ਭਾਸ਼ਣ ਦੀ ਇਕਸਾਰਤਾ ਨੂੰ ਤੋੜਨਾ ਕੁਝ ਸਥਿਤੀਆਂ ਹਨ ਜਿਸ ਵਿੱਚ ਚਰਚਾ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਨਹੀਂ ਹੈਗਾ ਵੀ ਅਧਿਆਪਕ ਭਾਸ਼ਣ ਦੇਈ ਜਾ ਰਿਹਾ, ਇਕਸਾਰਤਾ ਦੇ ਨਾਲ ਭਾਸ਼ਣ ਦੇਈ ਜਾ ਰਿਹਾ ਤੇ ਬੱਚਿਆਂ ਦਾ ਕੋਈ ਐਕਟਿਵ ਰੋਲ ਨਹੀਂ ਅਦਾ ਕੀਤਾ ਜਾ ਰਿਹਾ। ਤਾਂ ਆਪਾਂ ਚਰਚਾ ਦੀ ਵਿਧੀ ਆਪਾਂ ਕਿਹਨੂੰ ਕਹਿੰਦੇ ਆ? ਜਿੱਥੇ ਅਧਿਆਪਕ ਦੇ ਭਾਸ਼ਣ ਦੀ ਬੋਲਣ ਦੀ ਇਕਸਾਰਤਾ ਤੋੜ ਦਿੱਤੀ ਗਈ ਆ, ਇਹਦਾ ਮਤਲਬ ਕਲਾਸ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਫੋਰ ਐਗਜ਼ਾਮਪਲ ਮੈਂ ਪਾਪੂਲੇਸ਼ਨ ਵਾਲੇ ਵਿਸ਼ੇ ਤੇ ਬੋਲੀ ਜਾ ਰਹੀ ਹਾਂ ਵੀ ਰਾਜੇ ਚੀਨ ਦੂਜੇ ਤੇ ਚਲ ਗਿਆ, ਭਾਰਤ ਪਹਿਲੇ ਨੰਬਰ ਤੇ ਆ ਗਿਆ, ਭਾਰਤ ਦੇ ਫਲਾਣੀ ਸਟੇਟ ਵਿੱਚ ਐਜੂਕੇਸ਼ਨ ਦੀ ਕਮੀ ਏਦਾਂ ਤੇ ਮੇਰੇ ਬੋਲਦੇ ਬੱਚੇ ਮੈਨੂੰ ਸਵਾਲ ਕਰਨ ਲੱਗ ਪਏ, ਮੇਰੇ ਬੋਲਣ ਦੀ ਭਾਸ਼ਣ ਦੀ ਇਕਸਾਰਤਾ ਟੁੱਟ ਗਈ। ਤਾਂ ਇਟ ਮੀਨਸ ਕਲਾਸ ਦੇ ਵਿੱਚ ਚਰਚਾ ਟੈਕਨੀਕ ਕੰਮ ਕਰ ਰਹੀ ਆ। ਕਲੀਅਰ? ਚਰਚਾ ਦੀਆਂ ਉਦਾਹਰਨਾਂ ਲੋਕਾਂ ਵਿੱਚ ਲਿੰਗ ਸੰਵੇਦਨਸ਼ੀਲਤਾ, ਭਾਰਤ ਦੇ ਨੌਜਵਾਨ, ਇੱਕ ਜਨਸੰਖਿਆ ਲਾਭਅੰਸ਼, ਯੂਨੀਵਰਸਲ ਬਾਲਗ ਫਰੈਂਚਾਈਜ਼ੀ, ਲੋਕਤੰਤਰ ਦੀ ਕੁੰਜੀ ਆਦਿ। ਮਤਲਬ ਇਹ ਸਾਰੀਆਂ, ਜੇਕਰ ਆਪਾਂ ਗੱਲ ਕਰੀਏ ਨਾ ਚਰਚਾ ਦੀਆਂ ਉਦਾਹਰਨਾਂ ਕਿਹੜੀਆਂ ਪਾਪੂਲੇਸ਼ਨ ਦੇ ਟੌਪਿਕ ਦੀ, ਤਾਂ ਲਿੰਗ ਸੰਵੇਦਨਸ਼ੀਲਤਾ ਆ ਰਹੀ। ਸੰਵੇਦਨਸ਼ੀਲਤਾ ਮਤਲਬ ਕਿੰਨੇ ਮੁੰਡਿਆਂ ਦੇ ਪਿੱਛੇ ਕੁੜੀਆਂ ਦੀ ਗਿਣਤੀ, ਕਿੰਨੀ ਕੁੜੀਆਂ ਦੇ ਪਿੱਛੇ ਮੁੰਡਿਆਂ ਦੀ ਗਿਣਤੀ, ਤੇ ਭਾਰਤ ਦੇ ਵਿੱਚ ਨੌਜਵਾਨਾਂ ਦੀ, ਕੁੜੀਆਂ ਦੀ, ਮੁੰਡਿਆਂ ਦੀ ਗਿਣਤੀ ਕਿੰਨੀ ਆ। ਤੇ ਇਹ ਜਨਸੰਖਿਆ ਦਾ ਲਾਭ ਅੰਸ਼, ਠੀਕ ਆ। ਯੂਨੀਵਰਸਲ ਬਾਲਗ ਫਰੈਂਚਾਈਜ਼ੀ ਮਤਲਬ ਕਿ ਲੋਕਤੰਤਰ ਦਾ ਜਿਹੜਾ ਮੇਨ ਅੰਗ ਆ, ਠੀਕ ਆ, ਉਹਨਾਂ ਦੀ ਕੁੰਜੀ। ਇਹੋ ਜਿਹੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੇਕਰ ਡਿਸਕਸ ਕੀਤੀਆਂ ਜਾ ਰਹੀਆਂ ਕਲਾਸ ਦੇ ਵਿੱਚ, ਤੇ ਉਹ ਕਿਹਦੀ ਉਦਾਹਰਨ ਆ ਰਾਜੇ? ਚਰਚਾ ਦੀ ਟੈਕਨੀਕ ਦੀ ਉਦਾਹਰਨ ਆ। ਗੱਲ ਕਲੀਅਰ? ਅੱਗੇ ਚੱਲਦੇ ਆ ਅਗਲੇ ਕੁਐਸਚਨ ਤੇ, ਠੀਕ ਹੈ।
अगला क्वेश्चन आ गया क्वेश्चन नंबर 15। ਕਹਿੰਦੇ ਵਿਦਿਆਰਥੀ ਸਕੂਲ ਵਿੱਚ ਸਮਾਜਿਕ ਵਿਗਿਆਨ ਸਿੱਖਦੇ ਹਨ ਜੋ ਹੇਠਾਂ ਦਿੱਤੇ ਮਹੱਤਵਪੂਰਨ ਉਦੇਸ਼ਾਂ ਵਿੱਚੋਂ ਕਿਹੜਾ ਉਦੇਸ਼ ਪ੍ਰਾਪਤ ਕੀਤਾ ਜਾ ਸਕੇ। ਮਤਲਬ ਇਹ ਐਸਐਸਟੀ ਦਾ ਵਿਸ਼ਾ ਬੱਚੇ ਕਲਾਸ ਦੇ ਵਿੱਚ ਪੜ੍ਹ ਰਹੇ ਆ, ਇਹਦੇ ਪਿੱਛੇ ਉਦੇਸ਼ ਕੀ ਆ? ਸਮਾਜ ਦੀ ਸਮੁੱਚੀ ਸ਼ਾਂਤੀ ਅਤੇ ਭਲਾਈ ਲਈ ਕੰਮ ਕਰਨਾ। ਠੀਕ ਆ, ਪੋਲਿਟੀ ਦੇ ਵਿੱਚ ਬੱਚਿਆਂ ਨੂੰ ਆਪਾਂ ਮੌਲਿਕ ਅਧਿਕਾਰ ਪੜ੍ਹਾਉਂਦੇ ਆ ਤਾਂ ਉਹ ਕਿਤੇ ਨਾ ਕਿਤੇ ਸਮੁੱਚੀ ਸ਼ਾਂਤੀ ਤੇ ਭਲਾਈ ਦੇ ਲਈ ਹੀ ਪੜ੍ਹਾਏ ਜਾਂਦੇ ਆ। ਠੀਕ ਆ, ਹਰ ਇੱਕ ਨੂੰ ਬਰਾਬਰ ਹੱਕ ਆ, ਹਰ ਇੱਕ ਦੇ ਲਈ ਕਾਨੂੰਨ ਸਮਾਨ ਆ, ਹਰ ਇੱਕ ਬੰਦਾ ਜਿਹੜਾ ਵਾ ਕਾਨੂੰਨੀ ਸਹਾਇਤਾ ਲੈ ਸਕਦਾ। ਸਮਾਜਿਕ ਪ੍ਰਣਾਲੀ ਦੇ ਸੁਧਾਰ ਅਤੇ ਪਰਿਵਰਤਨ ਲਈ ਪੁੱਛ ਗਿੱਛ, ਨਿਰਣਾ ਅਤੇ ਆਲੋਚਨਾ ਕਰਨ ਦੇ ਲਈ। ਹੁਣ ਇਹਨਾਂ ਨੇ ਆਪਸ਼ਨਾਂ ਤਾਂ ਸਾਨੂੰ ਦਿੱਤੀਆਂ ਸਿਰਫ 2, ਤਾਂ ਕਿਹੜੀ ਆਪਸ਼ਨ ਜਿਹੜੀ ਆ ਜ਼ਿਆਦਾ ਰਿਲਾਏਬਲ ਲੱਗਦੀ ਆ? ਤਾਂ ਇਹਨਾਂ ਨੇ ਕਿਹਾ ਸਹੀ ਵਿਕਲਪ 3, A ਅਤੇ B ਦੋਵੇਂ, ਮਤਲਬ ਕਿ ਦੋਵੇਂ ਹੀ ਆਪਸ਼ਨਾਂ ਜਿਹੜੀਆਂ ਨੇ ਸਹੀ ਆ। ਤੇ ਇੱਕ ਵਾਰੀ ਆਪਾਂ ਇਹਨੂੰ ਪੜ੍ਹ ਲੈਂਦੇ ਆ ਕੁਐਸਚਨ ਨੂੰ ਚੰਗੇ ਤਰੀਕੇ ਦੇ ਨਾਲ। ਕਹਿੰਦੇ ਵੀ ਸਮਾਜਿਕ ਸਿੱਖਿਆ ਦਾ ਵਿਸ਼ਾ ਬੱਚਿਆਂ ਨੂੰ ਕਿਉਂ ਪੜ੍ਹਾਇਆ ਜਾਂਦਾ ਵਾ? ਚੰਗੇ ਅਤੇ ਸਰਗਰਮ ਨਾਗਰਿਕ ਬਣਾਉਣਾ, ਸਮਾਜ ਜਿਸ ਵਿੱਚ ਉਹ ਰਹਿੰਦੇ ਹਨ ਅਤੇ ਇਸ ਦੀਆਂ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਭੂਗੋਲਿਕ ਵਿਸ਼ੇਸ਼ਤਾਵਾਂ ਨੂੰ ਸਮਝਣਾ ਅਤੇ ਹੋਰ ਬਹੁਤ ਸਾਰੀਆਂ ਅਜਿਹੀਆਂ ਵਿਸ਼ੇਸ਼ਤਾਵਾਂ। ਕਹਿੰਦੇ ਸਮਾਜਿਕ ਪ੍ਰਣਾਲੀ ਦੇ ਸੁਧਾਰ ਅਤੇ ਪਰਿਵਰਤਨ ਲਈ ਪੁੱਛ ਗਿੱਛ, ਨਿਰਣਾ ਅਤੇ ਆਲੋਚਨਾ ਕਰਨ ਦੇ ਲਈ। ਦੇਸ਼ ਨੂੰ ਧਰਮ ਨਿਰਪੱਖ ਸਮਾਜਵਾਦੀ ਬਣਾਉਣ ਦੇ ਸੰਦਰਭ ਵਿੱਚ ਸੰਵਿਧਾਨ ਵਿੱਚ ਦਰਜ ਮੁੱਲਾਂ ਨੂੰ ਸਮਝਣ ਦੇ ਲਈ। ਤਾਂ ਇਹ ਸਾਰੇ ਕਾਰਨ ਆ, ਜਿਹੜੇ ਕਾਰਨ ਕੀ ਆ, ਜਿਹਦਾ ਕਰਕੇ ਅਸੀਂ ਸਮਾਜਿਕ ਸਿੱਖਿਆ ਦਾ ਵਿਸ਼ਾ ਬੱਚੇ ਨੂੰ ਪੜ੍ਹਾਉਂਦੇ ਆ। ਇਹ ਬਹੁਤ ਈਜ਼ੀ ਕੁਐਸਚਨ ਸੀ ਵੈਸੇ। ਸੱਭਿਆਚਾਰ, ਪਰੰਪਰਾਵਾਂ, ਸਾਡਾ ਕਲਚਰ ਕੀ ਆ, ਸਾਡੀਆਂ ਪਰੰਪਰਾਵਾਂ ਕੀ ਆ, ਸਮਾਜ ਦੇ ਵਿੱਚ ਪਾਈਆਂ ਜਾਂਦੀਆਂ, ਵਰਤੀਆਂ ਜਾਂਦੀਆਂ ਬਹੁ ਸੱਭਿਆਚਾਰਕ। ਕਿਉਂਕਿ ਜਦੋਂ ਅਸੀਂ ਪੋਲਿਟੀ ਦਾ ਵਿਸ਼ਾ ਪੜ੍ਹਦੇ ਹਾਂ, ਜਦੋਂ ਭਾਰਤ ਦੀਆਂ ਕੈਪੀਟਲ ਪੜ੍ਹਦੇ ਹਾਂ ਉਹਨਾਂ ਦੀਆਂ, ਤਾਂ ਹਰ ਇੱਕ ਕੈਪੀਟਲ ਦੀ ਆਪਣੀ ਲੈਂਗੁਏਜ ਆ, ਹਰ ਇੱਕ ਦੇ ਆਪਣੀਆਂ ਉਹਨਾਂ ਦੀਆਂ ਨੈਸ਼ਨਲ ਚੀਜ਼ਾਂ ਹੋਰ ਆ। ਸਾਡਾ ਗਿੱਧਾ, ਸਾਡਾ ਭੰਗੜਾ, ਤੇ ਉਹਨਾਂ ਦਾ ਕੱਚੀ ਕੁੜੀ, ਇੱਦਾਂ ਕਰਕੇ ਕੁੱਚੀ ਕੁੜੀ, ਇੱਦਾਂ ਕਰਕੇ ਉਹਨਾਂ ਦੇ ਡਾਂਸ ਜਿਹੜੇ ਨਾਮ ਪਤਾ ਹੋਣੇ ਤੁਹਾਨੂੰ। ਠੀਕ ਆ, ਤਾਂ ਉਹਨਾਂ ਦੇ ਆਪਣੇ ਕਲਚਰ, ਉਹਨਾਂ ਦੇ ਆਪਣੇ ਪਹਿਰਾਵੇ, ਇਹ ਸਾਰਾ ਕੁਛ ਸਾਨੂੰ ਸਮਾਜਿਕ ਵਿਗਿਆਨ ਦਾ ਜਿਹੜਾ ਵਿਸ਼ਾ ਉਹ ਦੱਸਦਾ। ਸਮਾਜ ਵਿੱਚ ਉਸ ਤੋਂ ਬਾਅਦ ਸਮਾਜ ਦੇ ਸਰਗਰਮ ਅਤੇ ਭਾਗੀਦਾਰ ਮੈਂਬਰ ਬਣਾਉਣਾ। ਠੀਕ ਆ, ਬੱਚਿਆਂ ਦੇ ਅੰਦਰ ਕਿਉਰਿਓਸਿਟੀ ਪੈਦਾ ਹੁੰਦੀ ਆ। ਜਿਓਗ੍ਰਾਫੀ ਪੜ੍ਹਾਵਾਂਗੇ ਤਾਂ ਉਹਨਾਂ ਨੂੰ ਕੁਝ ਨਾ ਕੁਝ ਖੋਜ ਕਰਕੇ ਸਿੱਖਦੇ ਆ। ਤੇ ਪੋਲਿਟੀ ਦਾ ਵਿਸ਼ਾ ਪੜ੍ਹਾਵਾਂਗੇ ਤਾਂ ਹੋ ਸਕਦਾ ਉਹਨਾਂ ਦੇ ਅੰਦਰ ਵੀ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਹਿੱਸਾ ਲੈਣ ਦੀ ਜਿਹੜੀ ਆ ਉਤਸੁਕਤਾ ਜਿਹੜੀ ਉਹ ਵਧੇ। ਸਮਾਜ ਦੀ ਸਮੁੱਚੀ ਸ਼ਾਂਤੀ ਅਤੇ ਭਲਾਈ ਦੇ ਲਈ ਕੰਮ ਕਰਨਾ। ਸੋ ਇਹ ਸਾਰੇ ਕਾਰਨਾਂ ਕਰਕੇ ਜਿਹੜਾ ਵਾ ਸਮਾਜਿਕ ਵਿਗਿਆਨ ਦਾ ਵਿਸ਼ਾ ਜਿਹੜਾ ਵਾ ਉਹ ਕਲਾਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਠੀਕ ਹੈ ਜੀ, ਤੇ ਇਹ ਸੀਗੇ ਜੀ 5 ਕੁਐਸਚਨ ਆਪਾਂ। ਠੀਕ ਹੈ, 5 ਕੁਐਸਚਨ ਜੋ ਕਿ ਮੈਂ ਡੈਮੋ ਦੇ ਤੌਰ ਤੇ ਲਏ ਆ, ਤੇ ਕੁਐਸਚਨਾਂ ਦਾ ਲੈਵਲ ਤੁਸੀਂ ਖੁਦ ਦੇਖ ਲਿਆ। ਇੱਕ ਕੁਐਸਚਨ ਮੈਂ ਤੁਹਾਨੂੰ ਹੋਰ ਕਰਵਾ ਦਿੰਨੀ ਆ, ਠੀਕ ਹੈ, ਤਾਂ ਕਿ ਤੁਹਾਨੂੰ ਕੋਈ ਵੀ ਘਾਟ ਨਾ ਰਵੇ। 6ਵੇਂ ਕੁਐਸਚਨ ਤੇ ਆ ਜਾਓ। ਠੀਕ ਆ, ਤੇ ਤੁਸੀਂ ਖੁਦ ਸੋਚ ਲਓ ਵੀ ਇਹ ਕੰਟੈਂਟ ਤੁਹਾਡੇ ਲਈ ਕਿੰਨਾ ਜ਼ਿਆਦਾ ਇੰਪੋਰਟੈਂਟ ਆ। ਸਮਾਜਿਕ ਅਧਿਐਨ ਬਾਰੇ ਹੇਠ ਲਿਖਿਆ ਵਿੱਚੋਂ ਕਿਹੜਾ ਸੱਚ ਹੈ? ਕਹਿੰਦੇ ਸਮਾਜਿਕ ਅਧਿਐਨ ਸਮਾਜ ਦੇ ਵਿਵਹਾਰਿਕ ਪਹਿਲੂਆਂ ਨਾਲ ਸੰਬੰਧਿਤ ਹਨ। ਸਮਾਜਿਕ ਅਧਿਐਨ ਸਿਹਤਮੰਦ ਸਮਾਜਿਕ ਜੀਵਨ ਨਾਲ ਸੰਬੰਧਿਤ ਯੋਗਤਾਵਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ। ਦੇਖੋ ਆਪਸ਼ਨਾਂ ਇੱਦਾਂ ਦੀਆਂ ਵਾ, ਐਂ ਲੱਗਦਾ ਵੀ ਕਿਸੇ ਨੂੰ ਵੀ ਇਗਨੋਰ ਨਹੀਂ ਕਰ ਸਕਦੇ। ਕੁਐਸਚਨ ਵੀ ਦੇਖੋ ਕਿੰਨੇ ਲੈਂਥੀ ਆ। ਮੈਂ ਅੱਗੇ ਤੁਹਾਨੂੰ ਸਾਰੇ ਹੀ ਕੁਐਸਚਨ ਦਿਖਾ ਦਿੰਨੀ ਆ। ਇਹ ਹੈਗਾ ਜੀ ਕੁਐਸਚਨ ਨੰਬਰ 7। ਕਹਿੰਦੇ ਜੀ ਈ ਲਰਨਿੰਗ ਸਮਾਜਿਕ ਵਿਗਿਆਨ ਵਿੱਚ ਵਿਦਿਆਰਥੀਆਂ ਵਿੱਚ ਕਿਵੇਂ ਮਦਦ ਕਰਦੀ ਆ? ਈ ਲਰਨਿੰਗ ਉਹ ਐਸਐਸਟੀ ਪੈਡਾਗੋਜੀ ਦੇ ਉਹ ਕੁਐਸਚਨ ਰਾਜੇ ਜਿਹੜੇ ਤੁਹਾਨੂੰ ਆਉਣੇ ਹੀ ਆਉਣੇ। ਮੇਰਾ ਕਰਵਾਇਆ ਹੋਇਆ ਕੰਟੈਂਟ ਪੇਪਰ ਦੇ ਵਿੱਚ ਆਊਗਾ ਹੀ ਆਊਗਾ ਐਸਐਸਟੀ ਪੈਡਾਗੋਜੀ। ਤੇ ਇੱਕ ਚੀਜ਼ ਹੋਰ ਰਾਜੇ, ਐਸਐਸਟੀ ਪੈਡਾਗੋਜੀ ਦੇ ਨਾਲ ਪੇਪਰ ਭਰਿਆ ਹੀ ਆਉਣਾ ਵਾ। 20 ਤੋਂ 25 ਕੁਐਸਚਨ ਪਿਛਲੀ ਵਾਰੀ ਐਸਐਸਟੀ ਪੈਡਾਗੋਜੀ ਦੇ ਆਏ ਸੀ। ਸੋ ਉਹਨਾਂ ਥਿਊਰੀ ਪੋਰਸ਼ਨ ਨਹੀਂ ਆਉਂਦਾ ਜਿੰਨੀ ਐਸਐਸਟੀ ਪੈਡਾਗੋਜੀ ਪੁੱਛ ਲਈ ਜਾਂਦੀ ਆ। ਬਹੁਤ ਜ਼ਿਆਦਾ ਚਾਂਸ ਆ ਪੈਡਾਗੋਜੀ ਜ਼ਿਆਦਾ ਆਉਣ ਦੇ। ਤੇ ਈ ਲਰਨਿੰਗ ਕੀ ਆ? ਈ ਲਰਨਿੰਗ ਸਮਾਜਿਕ ਸਿੱਖਿਆ ਦੇ ਵਿਸ਼ੇ ਦੇ ਵਿੱਚ ਕੀ ਰੋਲ ਅਦਾ ਕਰਦੀ ਆ? ਠੀਕ ਆ, ਅਗਲਾ ਕੁਐਸਚਨ ਦੇਖ ਲਓ। ਹਦਾਇਤ ਵਿਧੀ TCI, LCI, TLCI, GCI ਇਹ ਕੀ ਨੇ ਸਮਾਜਿਕ ਸਿੱਖਿਆ ਦੀ ਕਲਾਸ ਦੇ ਵਿੱਚ? ਇਹਨਾਂ ਦਾ ਕੀ ਰੋਲ ਆ? ਜਾਂ ਪ੍ਰੋਜੈਕਟ ਵਿਧੀ ਦੇ ਨਾਲ ਇਹਨਾਂ ਦਾ ਕੀ ਸੰਬੰਧ ਆ? ਉਸ ਤੋਂ ਬਾਅਦ ਤੁਸੀਂ ਅਗਲਾ ਕੁਐਸਚਨ ਦੇਖੋ। ਸਮਾਜਿਕ ਅਤੇ ਰਾਜਨੀਤਿਕ ਜੀਵਨ ਪਾਠ ਪੁਸਤਕਾਂ ਵਿੱਚ ਦਿੱਤੇ ਗਏ ਪਾਠ ਅੰਦਰ
ਪ੍ਰਸ਼ਨਾਂ ਦਾ ਉਦੇਸ਼ ਕੀ ਹੁੰਦਾ ਵਾ, ਜਵਾਬ ਦਿਓ, ਸੰਖੇਪ ਜਾਣਕਾਰੀ, ਠੀਕ ਹੈ। ਇਹੋ ਜਿਹੇ ਕੁਐਸਚਨ ਕੀ ਮਦਦ ਕਰਦੇ ਨੇ। ਕੁਐਸਚਨ ਨੰਬਰ 10 ਤੇ ਆ ਜਾਓ। 7ਵੀਂ ਜਮਾਤ ਵਿੱਚ ਇਤਿਹਾਸ ਪੜ੍ਹਾਉਂਦੇ ਸਮੇਂ ਇੱਕ ਸਮਾਜਿਕ ਅਧਿਐਨ ਅਧਿਆਪਕ ਬਹੁ ਭਾਸ਼ਾਈ ਦੀ ਵਰਤੋਂ ਕਿਵੇਂ ਕਰ ਸਕਦਾ ਹੈ, ਠੀਕ ਹੈ। ਇਹੋ ਜਿਹੇ ਕੁਐਸਚਨ ਤੇ ਅਗਲੇ ਕੁਐਸਚਨ ਇਦੋਂ ਵੀ ਘੈਂਟ ਆ, ਇਹ ਤੋਂ ਅਗਲੇ, ਕਿਉਂਕਿ ਯਾਰ ਟੌਪ 100 ਕੁਐਸਚਨ ਆ, ਤੁਸੀਂ ਖੁਦ ਦੇਖੋ ਕਿੰਨੇ ਵਧੀਆ ਕੁਐਸਚਨ ਆ, ਠੀਕ ਹੈ। ਇਸ ਕਰਕੇ ਇਹ ਸੀ ਤੁਹਾਡੇ ਲਈ ਇੱਕ ਡੈਮੋ ਕਲਾਸ, ਠੀਕ ਹੈ ਜੀ। ਤਾਂ ਮੈਂ ਵਾਰੀ ਕਹਿ ਰਹੀ ਹਾਂ, ਇੱਕ ਵਾਰੀ ਫੇਰ ਤੁਸੀਂ ਧਿਆਨ ਦੇ ਨਾਲ ਸੁਣ ਲਓ। ਜਿਹੜੇ ਬੱਚਿਆਂ ਨੇ ਮੇਰਾ ਆਲਰੇਡੀ 1000 ਰੁਪਏ ਵਾਲਾ ਨੋਟਸ ਵਾਲਾ ਕੋਰਸ ਪਰਚੇਸ ਕੀਤਾ ਆ, ਉਹਨਾਂ ਨੂੰ ਇਹ ਟੌਪ 100 ਕੁਐਸਚਨ ਤੇ ਪਲੱਸ ਇਹਨਾਂ ਦੀ ਡਿਸਕਸ਼ਨ ਇਸੇ ਹੀ ਕੋਰਸ ਦੇ ਵਿੱਚ ਮਿਲ ਜੂਗੀ। ਤੇ ਇਹ ਚੀਜ਼ਾਂ ਇਸ ਕੋਰਸ ਦੇ ਵਿੱਚ ਐਡ ਕਰਨ ਦੇ ਨਾਲ ਇਹਦੀ ਫੀਸ ਵੱਧ ਚੁੱਕੀ ਆ। ਇਹਦੀ ਫੀਸ ਹੋ ਚੁੱਕੀ ਆ ਜੀ 1500। ਜਿਹੜੇ ਮੇਰੇ ਆਲਰੇਡੀ ਪੇਡ ਸਟੂਡੈਂਟ ਜਿਨ੍ਹਾਂ ਨੇ 1000 ਰੁਪਏ ਵਾਲਾ ਕੋਰਸ ਲਿਆ, ਉਹਨਾਂ ਲਈ ਗਿਫਟ। ਪਰ ਜਿਹੜੇ ਬੱਚੇ ਦੀਵਾਲੀ ਤੋਂ ਪਹਿਲਾਂ ਇਸ ਕੋਰਸ ਨੂੰ ਪਰਚੇਸ ਕਰਨਗੇ, ਉਹਨਾਂ ਨੂੰ 1500 ਰੁਪਈਆ ਨਹੀਂ ਪੇ ਕਰਨਾ ਪਊਗਾ। ਉਹ ਸਿਰਫ 1000 ਰੁਪਏ ਦੇ ਵਿੱਚ ਹੀ ਜਿਹੜਾ ਵਾ ਇਸ ਕੋਰਸ ਨੂੰ ਪਰਚੇਸ ਕਰ ਸਕਦੇ ਆ, ਠੀਕ ਆ। ਤੇ ਦੀਵਾਲੀ ਤੋਂ ਬਾਅਦ ਫਿਰ ਕੋਰਸ ਦੀ ਫੀਸ ਜਿਹੜੀ ਆ ਉਹ 1500 ਹੋ ਜਾਣੀ ਆ। ਕਿਉਂਕਿ ਕਾਰਨ ਕੀ, ਕਿਉਂਕਿ ਇਹਨਾਂ ਟੌਪ 100 ਕੁਐਸਚਨ ਨੂੰ ਡਿਸਕਸ ਕੀਤਾ ਜਾਣਾ ਵਾ ਐਪ ਤੇ ਜੇਕਰ ਤੁਸੀਂ ਵਿਲਿੰਗ ਹੈਗੇ ਹੋ, ਤੁਹਾਨੂੰ ਲੱਗਦਾ ਵੀ ਵਾਕਿਆ ਹੀ ਲੱਗਦਾ ਕਿ ਮੈਂ ਪੱਕਾ ਆਪਣੇ ਵੱਲੋਂ 101% ਸ਼ੋਰਟੀ ਦਿੰਦੀ ਹਾਂ ਵੀ ਰਾਜੇ ਪੇਪਰ ਦੇ ਵਿੱਚ ਮੇਰੀ ਕਰਵਾਈ ਹੋਈ ਪੈਡਾਗੋਜੀ ਆਉਣੀ ਹੀ ਆਉਣੀ ਆ। ਤੇ ਜੇਕਰ ਤੁਹਾਨੂੰ ਯਕੀਨ ਨਹੀਂ ਆ, ਫਿਰ ਤੁਹਾਡਾ ਨੁਕਸਾਨ ਹੋ ਜੂ ਤੇ ਯਕੀਨ ਫਿਰ ਪੇਪਰ ਤੋਂ ਬਾਅਦ ਵਿੱਚ ਆਊਗਾ। ਫਿਰ ਤੁਸੀਂ ਇੱਥੇ ਭੱਜੇ ਆਓਗੇ, ਪਰ 1 ਸਾਲ ਜਾ ਕੇ ਪਿੱਛੇ ਡਿੱਗ ਜਾਓਗੇ। 1 ਸਾਲ ਕੀ 2 ਸਾਲ, ਕਿਉਂਕਿ 2 ਸਾਲ ਤਾਂ ਸਾਡੇ ਆਹ ਪੇਪਰ ਹੋਏ ਨੂੰ ਹੋ ਚੱਲੇ, ਕਿੰਨਾ ਸਮਾਂ, ਠੀਕ ਹੈ। ਇਸ ਕਰਕੇ ਤੁਸੀਂ ਜਿਹੜਾ ਵਾ ਇਸ ਡੈਮੋ ਕਲਾਸ ਨੂੰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਸ਼ੇਅਰ ਕਰ ਦੇਣਾ ਵਾ, ਠੀਕ ਹੈ। ਜਿਹੜੇ ਬੱਚੇ WhatsApp ਤੇ ਮੈਸੇਜ ਕਰਕੇ ਬਾਰ ਡੈਮੋ ਮੰਗਦੇ ਨੋਟਸ ਦੀ, ਇਹ ਡੈਮੋ ਆ, ਇਹ ਤੋਂ ਵੱਧ ਹੋਰ ਡੈਮੋ ਤੁਹਾਨੂੰ ਨਹੀਂ ਮਿਲ ਸਕਦੀ। ਵਿਲਿੰਗ ਹੈਗੇ ਹੋ ਤਾਂ ਤੁਸੀਂ ਮੈਨੂੰ 78 143 99 144 ਨੰਬਰ ਤੇ ਮੈਸੇਜ ਕਰਕੇ ਹੋਰ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ, ਠੀਕ ਹੈ ਜੀ। ਮਿਲਦੇ ਫਿਰ ਆਪਾਂ, ਅਗਲੀ ਕਲਾਸ ਮਿਲੂਗੀ ਐਪ ਤੇ, ਇਹਦੀ PDF ਵੀ ਮਿਲੂਗੀ ਐਪ ਤੇ। ਜਲਦੀ ਤੋਂ ਜਲਦੀ ਵਿਜ਼ਿਟ ਕਰਕੇ ਐਪ ਦਾ ਹਿੱਸਾ ਜਿਹੜਾ ਵਾ ਤੁਸੀਂ ਬਣ ਸਕਦੇ। ਬਾਏ ਬਾਏ ਸਾਰਿਆਂ ਨੂੰ।